ਵਾਸਤੇ ਸਾਨੂੰ ਲੱਗਦਾ ਹੁੰਦਾ ਇਹ ਧਾਰਨਾ ਆਮ ਆ ਕਿ ਪੰਜਾਬੀ ਦਾ ਕੀ ਆ, ਪੰਜਾਬੀ ਤਾਂ ਅਸੀਂ ਕਰ ਹੀ ਲੈਣੀ ਹੈ। ਔਰ ਮੇਰੀ ਧਾਰਨਾ ਵੀ ਕੁਝ ਇਸੇ ਤਰ੍ਹਾਂ ਦੀ ਹੀ ਸੀ, ਪੰਜਾਬੀ ਤਾਂ ਅਸੀਂ ਆਰਾਮ ਨਾਲ ਕਰ ਹੀ ਲੈਣੀ ਆ। ਔਰ ਪਰ ਉਸ ਵਿਸ਼ੇ ਦੇ ਵਿੱਚ ਨਿਪੁੰਨ ਹੋਣਾ ਜਿਹੜਾ ਆ ਉਹ ਬਹੁਤ ਵੱਡੀ ਗੱਲ ਹੁੰਦੀ ਆ। ਔਰ ਹੰਸਰਾਜ ਹੰਸ ਦਾ ਇੱਕ ਗੀਤ ਹੈ ਨਾ ਕਿਸੇ ਫਿਲਮ ਦਾ ਕਿ ਇਸ਼ਕੇ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਐਂਟਰ ਤਾਂ ਬਹੁਤੇ ਕਰ ਜਾਂਦੇ ਨੇ ਪਰ ਪਾਰ ਕੋਈ ਕੋਈ ਲੰਘਦਾ। ਇਹ ਸਬੱਬ ਤਾਂ ਬਣ ਗਿਆ, ਪਰ ਤੁਹਾਨੂੰ ਕਦੇ ਇਹ ਲੱਗਿਆ ਕਿ ਮੈਨੂੰ ਮਾਣ ਵੀ ਹੈ ਇਸ ਗੱਲ ਤੇ? ਉਹ ਤਾਂ ਹੈ, ਉਹ ਮਾਣ ਤਾਂ ਹੋਣਾ ਵੀ ਚਾਹੀਦਾ। ਔਰ ਆਪਣੀ ਮਾਂ ਬੋਲੀ, ਆਪਣੀ ਭਾਸ਼ਾ, ਜਿਹਨੂੰ ਤੁਸੀਂ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠ ਕੇ ਪਹਿਲਾਂ ਜਿਹਨੇ ਸੁਣਿਆ, ਸਮਝਦੇ ਰਹੇ, ਆਪਣੇ ਆਲੇ ਦੁਆਲੇ ਵਿੱਚੋਂ ਫਿਰ ਬੋਲਣਾ ਸਿੱਖਿਆ, ਤੇ ਫਿਰ ਜਦੋਂ ਤੁਸੀਂ ਉਹ ਤੁਹਾਡਾ ਇੱਕ ਰੁਜ਼ਗਾਰ ਦਾ ਸਾਧਨ ਵੀ ਬਣ ਜਾਂਦਾ ਤੇ ਤੁਸੀਂ ਆਪਣੇ ਹੱਥਾਂ ਤੇ ਮਾਣ ਕਰਦੇ ਹੋਏ ਆਪਣੀ ਬੋਲੀ ਤੇ ਵੀ ਮਾਣ ਕਰਦੇ ਆ, ਤੇ ਫਿਰ ਜ਼ਿੰਦਗੀ ਦੇ ਵਿੱਚ ਪਿੱਛੇ ਮੁੜ ਕੇ ਨਹੀਂ ਵੇਖਿਆ ਜਾਂਦਾ। ਤੇ ਫਿਰ ਤੁਹਾਨੂੰ ਲੱਗਦਾ ਹੁੰਦਾ ਕਿ ਇਹਦੇ ਵਾਸਤੇ ਹੀ ਕੰਮ ਕਰਨਾ। ਤੇ ਫਿਰ ਰੋਟੀਆਂ ਵੀ ਯਾਦ ਆਉਂਦੀਆਂ ਜਿਨ੍ਹਾਂ ਦੀ ਇੱਥੇ ਬੁੱਕਤ ਨਹੀਂ ਕਦੀ ਪਾਈ ਹੁੰਦੀ। ਮਾਂ ਨੇ ਰੋਟੀ ਪਕਾਈ ਹੁੰਦੀ ਗਰਮ ਗਰਮ, ਤੇ ਬੱਚੇ ਨੂੰ ਕਹਿੰਦੀ ਆ ਖਾ, ਤੇ ਬੱਚਾ ਕਹਿੰਦਾ ਮੈਂ ਅਜੇ ਨਹੀਂ ਖਾਣੀ। ਤੇ ਬਾਅਦ ਵਿੱਚ ਯਾਦ ਆਉਂਦਾ ਕਿ ਬੇਬੇ ਬਾਰ-ਬਾਰ ਕਹਿੰਦੀ ਹੁੰਦੀ ਸੀ ਵੀ ਤੱਤੀ ਤੱਤੀ ਖਾ ਲਾ। ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਵਾਸਤੇ ਇੱਕ ਪ੍ਰੋਗਰਾਮ ਇਸ ਤਰ੍ਹਾਂ ਦਾ ਲਿਖਿਆ ਕਿ ਕੋਈ ਵੀ ਡਿਗਰੀ ਵਿਦਿਆਰਥੀ ਨੂੰ ਦੇਣੀ ਨਹੀਂ ਜਿੰਨੀ ਦੇਰ ਤੱਕ ਉਹ ਪੰਜਾਬੀ ਨਹੀਂ ਪੜ੍ਹਦਾ। ਅੱਛਾ, ਕੀ ਬਾਤ। BA ਦੇ ਵਿੱਚ ਚਾਹੇ BSc ਦੇ ਵਿੱਚ ਚਾਹੇ ਕਿਸੇ ਵੀ ਕੋਰਸ ਵਿੱਚ ਜੇਕਰ ਉਹਨੇ ਗ੍ਰੈਜੂਏਸ਼ਨ ਕੰਪਲੀਟ ਕਰਨੀ ਆ, ਉਹਨੂੰ ਪੰਜਾਬੀ ਪੜ੍ਹਨੀ ਪੈਗੀ। ਜਿਹੜੇ ਪ੍ਰੋਫੈਸ਼ਨਲ ਕੋਰਸ ਨੇ ਉਹਨਾਂ ਦੇ ਵਿੱਚ 1 ਸਾਲ ਪੜ੍ਹਨੀ ਆ। ਜਿਹੜੇ ਬਾਕੀ ਲਾਜ਼ਮੀ ਜਨਰਲ ਕੋਰਸ ਨੇ, ਜਿਹੜੇ ਪਾਸ ਕੋਰਸ ਹੁੰਦੇ ਆ, ਉਹਨਾਂ ਦੇ ਵਿੱਚ 3 ਸਾਲ ਪੰਜਾਬੀ ਪੜ੍ਹਨੀ ਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਨੈਸ਼ਨਲ ਟੀਵੀ ਦੇਖਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਇੱਕ ਵਾਰ ਫਿਰ ਮੈਂ ਜਾਣੀ ਕਿ ਦਵਿੰਦਰ ਮੰਡ ਤੇ ਮੇਰੇ ਨਾਲ ਨੇ ਪੂਜਾ ਸੰਧੂ ਜੀ। ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਪੰਜਾਬ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖੋ ਮੇਰੇ ਬੋਲਣ ਦਾ ਲਹਿਜ਼ਾ ਥੋੜਾ ਹੋਰ ਹੋ ਸਕਦਾ ਹੈ। ਪੰਜਾਬੀ ਦੇ ਵਿੱਚ ਅੱਜ ਇੱਕ ਵੀ ਗਲਤੀ ਨਹੀਂ ਚਾਹੀਦੀ। ਕਿਉਂ? ਲੱਗ ਜੂ ਪਤਾ ਤੁਹਾਨੂੰ। ਵੈਸੇ ਮੈਨੂੰ ਪਤਾ ਆ ਕਿਉਂਕਿ ਪੰਜਾਬੀ ਦੇ ਵਿੱਚ ਗਲਤੀ ਇਸ ਲਈ ਨਹੀਂ ਚਾਹੀਦੀ ਕਿ ਅੱਜ ਸਾਡੇ ਨਾਲ ਜੋ ਬੈਠੇ ਹੋਏ ਨੇ ਨਾ, ਉਹ ਪੰਜਾਬੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਹਿਰ ਨੇ, PhD ਕੀਤੀ ਹੋਈ ਹੈ ਉਹਨਾਂ ਨੇ। ਸੋ ਉਹਨਾਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਜ਼ਰੂਰ ਕਰਵਾਵਾਂਗੇ, ਤੇ ਨਾਲ ਹੀ ਨਾਲ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਅਸੀਂ ਉਹਨਾਂ ਦੇ ਨਾਲ ਕਰਾਂਗੇ। ਸਾਡੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਜਵਾਬ ਏਦਾਂ ਦੇ ਨੇ ਜਿਹੜੇ ਕਿ ਪੰਜਾਬੀ ਨੂੰ ਲੈ ਕੇ ਅੱਜ ਕੱਲ੍ਹ ਪੈਦਾ ਹੋ ਰਹੇ ਨੇ। ਸੋ ਅਸੀਂ ਉਹਨਾਂ ਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਸੋ ਅੱਜ ਦੇ ਮਹਿਮਾਨ ਦਾ ਸਵਾਗਤ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ, ਡਾਕਟਰ ਸੁਰਿੰਦਰਪਾਲ ਮੰਡ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪੰਜਾਬੀ ਨੈਸ਼ਨਲ ਚੈਨਲ ਦਾ ਵੀ ਕਿ ਮੈਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਸ਼ੁਕਰੀਆ, ਥੈਂਕ ਯੂ ਜੀ। ਤੇ ਸਰ, ਜਿਹੜਾ ਇਹ ਹੁਣ ਡਾਕਟਰ ਬਣਨ ਤੱਕ ਦਾ ਸਫ਼ਰ ਹੈ, ਜਿਹੜਾ PhD ਤੁਸੀਂ ਕੀਤੀ ਹੈ, ਅਸੀਂ ਅਕਸਰ ਦੇਖਦੇ ਹਾਂ ਕਿ ਅੱਜ ਕੱਲ੍ਹ ਪੰਜਾਬੀ ਭਾਸ਼ਾ ਨੂੰ ਅਸੀਂ ਮਤਲਬ ਥੋੜਾ ਜਿਹਾ ਭੁਲਾ ਰਹੇ ਹਾਂ, ਅੱਗੇ ਵੱਧ ਰਹੇ ਹਾਂ ਦੂਸਰੀਆਂ ਭਾਸ਼ਾਵਾਂ ਦੇ ਵੱਲ, ਪਰ ਤੁਸੀਂ ਪੰਜਾਬੀ ਨੂੰ ਹੀ ਕਿਉਂ ਚੁਣਿਆ PhD ਦਾ ਵਿਸ਼ਾ? ਗੱਲ ਇਹ ਹੈ ਕਿ ਜਦੋਂ ਵੀ ਅਸੀਂ ਪੜ੍ਹਦੇ ਹੁੰਦੇ ਹਾਂ ਉਦੋਂ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਫਿਊਚਰ ਦੇ ਵਿੱਚ ਅੱਗੇ ਜਾ ਕੇ ਬਣਨਾ ਕੀ ਆ। ਬਸ ਲਗਾਤਾਰ ਪੜ੍ਹੀ ਜਾਂਦੇ ਹਾਂ, ਜੋ ਸਿਲੇਬਸ ਲੱਗਿਆ ਹੁੰਦਾ ਪੜ੍ਹੀ ਜਾਂਦੇ ਹਾਂ। ਪਰ ਜ਼ਿੰਦਗੀ ਦਾ ਕੋਈ ਨਾ ਕੋਈ ਪੜਾਅ ਅਜਿਹਾ ਆਉਂਦਾ ਆ ਕਿ ਜਦੋਂ ਤੁਹਾਨੂੰ ਲੱਗਦਾ ਹੁੰਦਾ ਕਿ ਤੁਹਾਨੂੰ ਇੱਕ ਪਾਸਾ ਕਿਤੇ ਨਾ ਕਿਤੇ ਕਰਨਾ ਚਾਹੀਦਾ, ਤੇ ਫਿਰ ਤੁਸੀਂ ਬੜਾ ਕੁਝ ਸੋਚਦੇ ਆ। ਆਪਣੇ ਆਪ ਨੂੰ ਵੀ ਤੁਸੀਂ ਵੇਖਦੇ ਆ, ਸੁਸਾਇਟੀ ਨੂੰ ਵੀ ਵੇਖਦੇ ਆ, ਤੁਹਾਡੇ ਆਲੇ ਦੁਆਲੇ ਵਿਚਰ ਰਹੇ ਲੋਕਾਂ ਨੂੰ ਵੀ ਵੇਖਦੇ ਆ, ਤੇ ਫਿਰ ਤੁਸੀਂ ਕਿਸੇ ਨਾ ਕਿਸੇ ਕੋਲੋਂ ਪ੍ਰਭਾਵਿਤ ਵੀ ਹੁੰਦੇ ਆ। ਫਿਰ ਆਪਣੇ ਆਪ ਦੀ ਸਥਿਤੀ ਵੇਖਦੇ ਆ, ਆਪਣੇ ਘਰ ਦੀ ਸਥਿਤੀ ਵੇਖਦੇ ਆ, ਤੇ ਆਪਣੀ ਸਮਰੱਥਾ ਵੀ ਵੇਖਦੇ ਆ। ਸਾਰਾ ਕੁਝ ਜਦੋਂ ਤੁਸੀਂ ਇਹਦੀ ਛਾਣਬੀਣ ਕਰਦੇ ਆ, ਇਹਦਾ ਐਨਾਲਿਸਿਸ ਕਰਦੇ ਆ, ਤੇ ਫਿਰ ਤੁਸੀਂ ਕਿਸੇ ਨਾ ਕਿਸੇ ਸਬਜੈਕਟ ਨੂੰ ਜ਼ਰੂਰ ਚੁਣਦੇ ਆ। ਤੇ ਮੇਰਾ ਪੰਜਾਬੀ ਵਿਸ਼ੇ ਨੂੰ ਚੁਣਨ ਦਾ ਜਿਹੜਾ ਕਾਰਨ ਇਹ ਸੀਗਾ ਕਿ ਅਸੀਂ ਪਹਿਲੀ ਗੱਲ ਤਾਂ ਹੈ ਕਿ ਪੰਜਾਬੀਆਂ ਸਾਡੇ ਵਾਸਤੇ ਸਾਨੂੰ ਲੱਗਦਾ ਹੁੰਦਾ ਇਹ ਧਾਰਨਾ ਆਮ ਆ ਕਿ ਪੰਜਾਬੀ ਦਾ ਕੀ ਆ, ਪੰਜਾਬੀ ਤਾਂ ਅਸੀਂ ਕਰ ਹੀ ਲੈਣੀ। ਔਰ ਮੇਰੀ ਧਾਰਨਾ ਵੀ ਕੁਝ ਇਸੇ ਤਰ੍ਹਾਂ ਦੀ ਹੀ ਸੀ, ਪੰਜਾਬੀ ਤਾਂ ਅਸੀਂ ਆਰਾਮ ਨਾਲ ਕਰ ਹੀ ਲੈਣੀ ਆ। ਔਰ ਪਰ ਉਸ ਵਿਸ਼ੇ ਦੇ ਵਿੱਚ ਨਿਪੁੰਨ ਹੋਣਾ ਜਿਹੜਾ ਆ ਉਹ ਬਹੁਤ ਵੱਡੀ ਗੱਲ ਹੁੰਦੀ ਆ। ਔਰ
ਹੰਸਰਾਜ ਹੰਸ ਦਾ ਇੱਕ ਗੀਤ ਹੈ ਨਾ ਕਿਸੇ ਫਿਲਮ ਦਾ ਕਿ ਇਸ਼ਕੇ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਐਂਟਰ ਤਾਂ ਬਹੁਤੇ ਕਰ ਜਾਂਦੇ ਨੇ ਪਰ ਪਾਰ ਕੋਈ ਕੋਈ ਲੰਘਦਾ। ਇਸ ਕਰਕੇ ਪੰਜਾਬੀ ਭਾਵੇਂ ਕਹਿਣ ਨੂੰ ਬੜੀ ਸੌਖੀ ਆ, ਅਸੀਂ ਬੋਲਦੇ ਆ, ਅਸੀਂ ਸਮਝਦੇ ਆ, ਅਸੀਂ ਲਿਖਦੇ ਵੀ ਆ, ਲਿਖਣ ਵਾਲੇ ਬਹੁਤ ਗਲਤੀਆਂ ਵੀ ਕਰਦੇ ਆ, ਪਰ ਜੇਕਰ ਤੁਸੀਂ ਉਹਨੂੰ ਪੂਰੀ ਮੁਹਾਰਤ ਦੇ ਨਾਲ, ਪੂਰੀ ਨਿਪੁੰਨਤਾ ਦੇ ਨਾਲ ਕਰਦੇ ਹੋ ਤੇ ਅੱਗੇ ਤੁਸੀਂ ਵੱਧਦੇ ਜਾਂਦੇ ਹੋ ਤੇ ਫਿਰ ਤੁਸੀਂ ਪਾਰ ਲੱਗ ਜਾਂਦੇ ਆ। ਤੇ ਇਸ ਕਰਕੇ ਉਹ ਵਿਸ਼ਾ ਚੁਣਨ ਦਾ ਜਿਹੜਾ ਇਹ ਕਾਰਨ ਸੀਗਾ ਕਿ ਮੈਨੂੰ ਆਪਣੇ ਆਪ ਤੇ ਇੱਕ ਵਿਸ਼ਵਾਸ ਸੀਗਾ। ਦੂਸਰਾ ਇਹ ਕਿ ਤੁਸੀਂ ਕਿਸੇ ਕੋਲੋਂ ਜ਼ਰੂਰ ਪ੍ਰਭਾਵਿਤ ਹੁੰਦੇ ਆ ਜੀ। ਮੇਰਾ ਪਿੰਡ ਕਪੂਰਥਲਾ ਰੋਡ ਤੇ ਮੰਡ ਆ ਜੀ। ਮੇਰੇ ਤਾਇਆ ਜੀ ਦਾ ਬੇਟਾ ਦਵਿੰਦਰ ਮੰਡ DAV ਕਾਲਜ ਜਲੰਧਰ ਜੀ ਪੰਜਾਬੀ ਦੇ ਪ੍ਰੋਫੈਸਰ ਆ। ਮੈਂ ਇੱਧਰ ਦੇਖਣ ਲੱਗੀ ਸੀ ਪਹਿਲਾਂ। ਮੈਂ ਇਸੇ ਕਰਕੇ ਚੁੱਪ ਰਿਹਾ। ਅਸੀਂ ਇਸੇ ਕਰਕੇ ਉਹਨਾਂ ਨੂੰ ਵੱਡੇ ਮੰਡ ਕਹਿੰਦੇ ਤੇ ਇਹਨਾਂ ਨੂੰ ਛੋਟਾ ਮੰਡ ਕਹਿੰਦੇ ਆ। ਆਪਣੇ ਫੋਨ ਦੇ ਵਿੱਚ ਮੈਂ ਛੋਟਾ ਮੰਡ ਕਰਕੇ ਨਾਮ ਜਿਹੜਾ ਉਹ ਫੀਡ ਕੀਤਾ ਹੁੰਦਾ ਜੀ। ਤੇ ਉਹਨਾਂ ਵੱਲ ਵੇਖ ਕੇ ਵੀ ਸੀਗਾ ਕਿ ਪੰਜਾਬੀ ਦੇ ਵਿੱਚ ਜੇਕਰ ਉਹ ਇੱਕ ਮੁਹਾਰਤ ਹਾਸਲ ਕਰ ਸਕਦੇ ਆ, ਕਿਸੇ ਵੱਡੇ ਕਾਲਜ ਦੇ ਵਿੱਚ ਉਹ ਲੱਗ ਜਾਂਦੇ ਤੇ ਸਾਨੂੰ ਵੀ ਸ਼ਾਇਦ ਉਹਨਾਂ ਪੂਰਨਿਆਂ ਤੇ ਪੈ ਕੇ ਕੁਝ ਨਾ ਕੁਝ ਬਣਨ ਦਾ ਮੌਕਾ ਜਿਹੜਾ ਉਹ ਮਿਲ ਹੀ ਜਾਊਗਾ। ਤੇ ਬਸ ਇਸੇ ਤਰ੍ਹਾਂ ਕੋਈ ਨਾ ਕੋਈ ਪ੍ਰੇਰਨਾ ਸਰੋਤ ਤੁਹਾਡੀ ਜ਼ਿੰਦਗੀ ਦਾ ਕੋਈ ਨਾ ਕੋਈ ਹੁੰਦਾ ਕਿ ਤੁਸੀਂ ਫਿਰ ਉਸ ਰਸਤੇ ਤੇ ਜਦੋਂ ਚੱਲ ਪੈਂਦੇ ਆ ਤੇ ਫਿਰ ਇੱਕ ਲਗਨ ਹੋਣੀ ਚਾਹੀਦੀ ਆ, ਇੱਕ ਮਿਹਨਤ ਹੋਣੀ ਚਾਹੀਦੀ ਆ ਤੇ ਪ੍ਰਮਾਤਮਾ ਵੀ ਤੁਹਾਡਾ ਸਾਥ ਜ਼ਰੂਰ ਦਿੰਦਾ ਤੇ ਤੁਸੀਂ ਫਿਰ ਸਫਲ ਹੋ ਜਾਂਦੇ ਆ ਆਪਣੇ ਉਸ ਕੰਮ ਦੇ ਵਿੱਚ। ਤੇ ਇਸ ਤਰ੍ਹਾਂ ਪੰਜਾਬੀ ਭਾਸ਼ਾ ਜਾਂ ਪੰਜਾਬੀ ਵਿਸ਼ੇ ਨੂੰ ਚੁਣਨਾ ਜਿਹੜਾ ਉਹ ਇੱਕ ਮੇਰੇ ਵਾਸਤੇ ਇੱਕ ਸਬੱਬ ਸੀਗਾ ਤੇ ਬਸ ਮੋਟੀਵੇਸ਼ਨ ਦੇ ਨਾਲ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਲਗਾਤਾਰਤਾ ਦੇ ਵਿੱਚ ਚੱਲਦੇ ਰਹੇ ਤੇ ਬਸ ਇੱਦਾਂ ਚੱਲੀ ਜਾ ਰਿਹਾ ਸਫ਼ਰ ਜ਼ਿੰਦਗੀ ਇਹ ਦਾ। ਸਬੱਬ ਤਾਂ ਬਣ ਗਿਆ, ਪਰ ਤੁਹਾਨੂੰ ਕਦੇ ਇਹ ਲੱਗਿਆ ਕਿ ਮੈਨੂੰ ਮਾਣ ਵੀ ਹੈ ਇਸ ਗੱਲ ਤੇ? ਉਹ ਤਾਂ ਹੈ, ਦੇਖੋ ਮਾਣ ਤਾਂ ਹੋਣਾ ਵੀ ਚਾਹੀਦਾ ਜੀ। ਔਰ ਆਪਣੀ ਮਾਂ ਬੋਲੀ, ਆਪਣੀ ਭਾਸ਼ਾ ਜਿਹਨੂੰ ਤੁਸੀਂ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠ ਕੇ ਪਹਿਲਾਂ ਜਿਹਨੇ ਸੁਣਿਆ, ਸਮਝਦੇ ਰਹੇ, ਆਪਣੇ ਆਲੇ ਦੁਆਲੇ ਵਿੱਚੋਂ ਫਿਰ ਬੋਲਣਾ ਸਿੱਖਿਆ ਤੇ ਫਿਰ ਜਦੋਂ ਤੁਸੀਂ ਉਹ ਤੁਹਾਡਾ ਇੱਕ ਰੁਜ਼ਗਾਰ ਦਾ ਸਾਧਨ ਵੀ ਬਣ ਜਾਂਦਾ ਤੇ ਤੁਸੀਂ ਆਪਣੇ ਹੱਥਾਂ ਤੇ ਮਾਣ ਕਰਦੇ ਹੋਏ ਆਪਣੀ ਬੋਲੀ ਤੇ ਵੀ ਮਾਣ ਕਰਦੇ ਆ ਤੇ ਫਿਰ ਜ਼ਿੰਦਗੀ ਦੇ ਵਿੱਚ ਪਿੱਛੇ ਮੁੜ ਕੇ ਨਹੀਂ ਵੇਖਿਆ ਜਾਂਦਾ ਤੇ ਫਿਰ ਤੁਹਾਨੂੰ ਲੱਗਦਾ ਹੁੰਦਾ ਕਿ ਇਹਦੇ ਵਾਸਤੇ ਹੀ ਕੰਮ ਕਰਨਾ, ਕਿਉਂਕਿ ਇਹਨੇ ਤੁਹਾਨੂੰ ਰੋਜ਼ੀ ਰੋਟੀ ਵੀ ਦਿੱਤੀ ਆ ਔਰ ਤੁਹਾਡੇ ਅੰਦਰ ਤੁਹਾਡੇ ਹੋਣ ਦਾ ਅਹਿਸਾਸ ਵੀ ਤੁਹਾਨੂੰ ਇਹ ਕਰਵਾਉਂਦੀ ਆ। ਤੇ ਫਿਰ ਜਦੋਂ ਤੁਹਾਨੂੰ ਤੁਹਾਡੇ ਕੁਝ ਹੋਣ ਦਾ ਅਹਿਸਾਸ ਕਰਵਾਵੇ ਕਿ ਤੁਸੀਂ ਧਰਤੀ ਦੇ ਉੱਪਰ ਆਏ ਆ ਤੇ ਕੁਝ ਕਰਨਾ ਬਣਦਾ ਤੇ ਫਿਰ ਮੈਨੂੰ ਲੱਗਦਾ ਕਿ ਆਪਣੇ ਆਪ ਤੇ ਮਾਣ ਵੀ ਹੁੰਦਾ, ਪੰਜਾਬੀ ਹੋਣ ਤੇ ਮਾਣ ਵੀ ਹੁੰਦਾ ਤੇ ਪੰਜਾਬੀ ਭਾਸ਼ਾ ਦੇ ਬਾਰੇ ਗੱਲ ਕਰਦੇ ਅਸੀਂ ਆਸ਼ੀਸ਼ ਵੀ ਇਸੇ ਕਰਕੇ ਕਰ ਉੱਠਦੇ ਆ ਕਿਉਂਕਿ ਇਹ ਸਾਡੇ ਗੁਰੂ ਸਾਹਿਬਾਨ ਦੀ ਬੋਲੀ ਆ, ਸਾਡੇ ਸੂਫੀਆਂ ਸੰਤਾਂ ਦੀ ਬੋਲੀ ਆ, ਸ਼ਾਹ ਹੁਸੈਨ, ਬਾਬਾ ਬੁੱਲੇ ਸ਼ਾਹ ਫਰੀਦ ਦੀ ਬੋਲੀ ਆ ਤੇ ਉਹਨਾਂ ਦੀ ਬੋਲੀ ਜੇਕਰ ਸਾਨੂੰ ਬੋਲਣ ਦਾ ਤੇ ਉਹਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੈਨੂੰ ਲੱਗਦਾ ਉਹ ਮੌਕਾ ਕਦੇ ਖੁੰਝਾਉਣਾ ਨਹੀਂ ਚਾਹੀਦਾ। ਸਰ ਤੁਸੀਂ ਰੋਜ਼ਗਾਰ ਦੀ ਗੱਲ ਕੀਤੀ ਕਿ ਪੰਜਾਬੀ ਭਾਸ਼ਾ ਨੇ ਮੈਨੂੰ ਰੋਜ਼ਗਾਰ ਦਿੱਤਾ। ਜੇ ਆਪਾਂ ਗੱਲ ਕਰੀਏ ਕਿ ਅੱਜ ਕੱਲ੍ਹ ਨੌਜਵਾਨ ਕੀ ਕਰਦੇ ਆ ਕਿ ਆਇਲਸ ਕਰਕੇ ਬਾਹਰ ਚਲੇ ਜਾਂਦੇ ਆ, ਕਿ ਪੰਜਾਬੀ ਭਾਸ਼ਾ ਦੇ ਵਿੱਚ ਹੋਰ ਕਿੰਨੇ ਕੁ ਮੌਕੇ ਆ ਜੋ ਤੁਹਾਨੂੰ ਰੋਜ਼ਗਾਰ ਦੇ ਸਕਦੇ ਆ? ਦੇਖੋ ਜੀ, ਇਹ ਨਿਰਭਰ ਕਰਦਾ ਕਿ ਤੁਹਾਡੀ ਆਪਣੀ ਪ੍ਰਤੀਬੱਧਤਾ ਕਿੰਨੀ ਆ ਕਿਸੇ ਕੰਮ ਦੇ ਪ੍ਰਤੀ ਜੀ, ਤੁਹਾਡੀ ਭਟਕਣਾ ਕਿੰਨੀ ਆ ਤੁਹਾਡੇ ਮਨ ਦੇ ਵਿੱਚ ਜੀ। ਜੇਕਰ ਤੁਹਾਡੇ ਮਨ ਦੇ ਵਿੱਚ ਇੰਨੀ ਭਟਕਣਾ ਕਿ ਤੁਸੀਂ ਬਾਹਰ ਹੀ ਜਾਣਾ ਆ ਤੇ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਫਿਰ ਤੁਸੀਂ ਪੰਜਾਬੀ ਭਾਸ਼ਾ ਹੋਵੇ, ਚਾਹੇ ਹਿੰਦੀ ਹੋਵੇ, ਚਾਹੇ ਕੋਈ ਹੋਰ ਭਾਸ਼ਾ ਹੋਵੇ, ਜੇਕਰ ਤੁਹਾਡੇ ਮਨ ਦੇ ਵਿੱਚ ਹੈ ਕਿ ਤੁਸੀਂ ਬਾਹਰ ਜਾਣਾ ਆ, ਕਿਉਂਕਿ ਪੰਜਾਬੀਆਂ ਦਾ ਇੱਕ ਸੁਭਾਅ ਤੇ ਇੱਕ ਟ੍ਰੈਂਡ ਬਣ ਚੁੱਕਿਆ ਕਿ ਉਹਨਾਂ ਨੇ ਬਾਹਰ ਜਾਣਾ। ਦੂਸਰੀ ਗੱਲ ਇਹ ਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਮਨੁੱਖ ਦੀ ਇਹ ਪ੍ਰਵਿਰਤੀ ਤੇ ਪ੍ਰਕਿਰਤੀ ਇਦਾਂ ਦੀ ਆ ਕਿ ਉਹ ਹਮੇਸ਼ਾ ਉਹ ਕੁਝ ਕਰਦਾ ਆ ਜੋ ਕੁਝ ਹੈ ਉਹ ਰਹਿਣਾ ਨਹੀਂ ਚਾਹੁੰਦਾ। ਜੋ ਕੁਝ ਉਹ ਹੈਗਾ ਮੌਜੂਦਾ ਸਮੇਂ ਦੇ ਵਿੱਚ ਉਹ ਰਹਿਣਾ ਨਹੀਂ ਚਾਹੁੰਦਾ, ਉਹ ਕੁਝ ਹੋਰ ਬਣਨਾ ਚਾਹੁੰਦਾ। ਪੰਜਾਬੀ 'ਚ ਅਸੀਂ ਆਮ ਤੌਰ ਤੇ ਵੀ ਕਹਿੰਦੇ ਕਿ ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਤੇ ਸੋਹਣਾ ਲੱਗਦਾ ਤੇ ਸਵਾਦ ਲੱਗਦਾ। ਤੇ ਇਸ ਕਰਕੇ ਸਾਨੂੰ, ਸਾਡੇ ਪੰਜਾਬੀਆਂ ਨੂੰ ਜਾਂ ਸਾਡੇ ਲੋਕ ਜਿਹੜੇ ਬਾਹਰ ਵੱਲ ਭੱਜਦੇ ਨੇ, ਉਹਨਾਂ ਨੂੰ ਲੱਗਦਾ ਸ਼ਾਇਦ ਬਾਹਰ ਜਿਹੜਾ ਉਹ ਜ਼ਿੰਦਗੀ ਬਹੁਤ ਸੌਖੀ ਆ ਤੇ ਬਹੁਤ ਸੁਖਾਵੀਂ ਆ ਔਰ ਇਸੇ ਹੀ ਦੌੜ ਭੱਜ ਦੇ ਵਿੱਚ, ਇਸੇ ਹੀ ਸੁਣਨ ਸੁਣਾਉਣ ਦੀਆਂ ਗੱਲਾਂ ਦੇ ਵਿੱਚ, ਇਸੇ ਹੀ ਭਰਮ ਦੇ ਵਿੱਚ ਜਿਹੜੇ ਨੇ ਉਹ ਲੋਕ ਦੌੜੇ ਜਾਂਦੇ ਨੇ ਔਰ ਕਈ ਸਾਲ ਜਿਹੜੇ ਨੇ ਉੱਥੇ ਜਾ ਕੇ ਸਫਲ ਵੀ ਨਹੀਂ ਹੋ ਪਾਉਂਦੇ ਤੇ ਫਿਰ ਬਾਅਦ ਵਿੱਚ ਆਪਣੇ ਅਤੀਤ ਨੂੰ ਯਾਦ ਕਰਦੇ ਆ, ਜਿਹਨੂੰ ਅਸੀਂ ਭੂਹੇਰਵਾ ਵੀ ਕਹਿੰਦੇ ਆ, ਆਪਣੀ ਧਰਤੀ ਨੂੰ ਯਾਦ ਕਰਦੇ ਆ, ਆਪਣੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਆ ਕਿ ਅਸੀਂ ਪੰਜਾਬ 'ਚ ਰਹਿੰਦੇ ਸੀ, ਆਪਣੇ ਘਰ ਰਹਿੰਦੇ ਸੀ, ਸਾਰੇ ਰਲ ਮਿਲ ਕੇ ਰਹਿੰਦੇ ਸੀ। ਤੇ ਉਹ ਮਲਕੀਤ ਸਿੰਘ ਦਾ ਗਾਣਾ ਨਹੀਂ ਕਿੰਨਾ ਖੂਬਸੂਰਤ ਕਿ ਮੇਰਾ ਮਾਂ ਦੇ ਹੱਥਾਂ ਦੀਆਂ ਰੋਟੀਆਂ, ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ।
ਤੇ ਫਿਰ ਉਹ ਫਿਰ ਰੋਟੀਆਂ ਵੀ ਯਾਦ ਆਉਂਦੀਆਂ ਜਿਨ੍ਹਾਂ ਦੀ ਇੱਥੇ ਬੁੱਕਤ ਨਹੀਂ ਕਦੀ ਪਾਈ ਹੁੰਦੀ, ਮਾਂ ਨੇ ਰੋਟੀ ਪਕਾਈ ਹੁੰਦੀ ਗਰਮ ਗਰਮ, ਤੇ ਬੱਚੇ ਨੂੰ ਕਹਿੰਦੀ ਆ ਖਾ, ਤੇ ਬੱਚਾ ਕਹਿੰਦਾ ਮੈਂ ਅਜੇ ਨਹੀਂ ਖਾਣੀ, ਤੇ ਬਾਅਦ ਵਿੱਚ ਯਾਦ ਆਉਂਦਾ ਕਿ ਬੇਬੇ ਬਾਰ-ਬਾਰ ਕਹਿੰਦੀ ਹੁੰਦੀ ਸੀ ਵੀ ਤੱਤੀ ਤੱਤੀ ਖਾ ਲਾ, ਤੇ ਪਰ ਉਦੋਂ ਫਿਰ ਬੜੀ ਯਾਦ ਆਉਂਦੀ ਆ। ਇਸ ਕਰਕੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਆਪਣੀ ਪ੍ਰਤੀਬੱਧਤਾ ਕਿੰਨੀ ਕੁ ਖੁਦ ਦੇ ਨਾਲ, ਆਪਣੇ ਸੂਬੇ ਦੇ ਨਾਲ, ਆਪਣੇ ਇਲਾਕੇ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਤੇ ਆਪਣੀ ਸੋਚ ਦੇ ਨਾਲ, ਆਪਣੇ ਕਿੱਤੇ ਦੇ ਨਾਲ ਤੁਸੀਂ ਕਿੱਥੇ ਤੱਕ ਜਾਣਾ ਚਾਹੁੰਦੇ ਆ। ਜੇਕਰ ਤੁਹਾਡਾ ਮਾਈਂਡ ਸੈੱਟ ਆ, ਤੁਸੀਂ ਸਟੇਬਲ ਆ, ਇੱਥੇ ਹੀ ਲੋਕੀ ਜਿਹੜੇ ਨੇ ਉਹ ਰੁਜ਼ਗਾਰ ਜਿਹੜੇ ਨੇ ਇਸੇ ਭਾਸ਼ਾ ਦੇ ਵਿੱਚ, ਪੰਜਾਬੀ ਮਾਂ ਬੋਲੀ ਦੇ ਵਿੱਚ ਵੀ ਰੁਜ਼ਗਾਰ ਜਿਹੜੇ ਨੇ ਉਹਦੇ ਮੌਕੇ ਤਲਾਸ਼ਦੇ ਨੇ, ਮੌਕੇ ਪੈਦਾ ਕਰਦੇ ਨੇ, ਤੇ ਦੂਸਰੇ ਲੋਕਾਂ ਨੂੰ ਉਹਦੇ ਵਿੱਚ ਕੰਮ ਵੀ ਦਿੰਦੇ ਨੇ ਜੀ। ਤੇ ਜੇ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਭਾਸ਼ਾ ਦਾ ਕੋਈ ਸਕੋਪ ਨਹੀਂ ਹੈ ਇੱਥੇ, ਤੁਸੀਂ ਵੀ ਪੰਜਾਬੀ ਭਾਸ਼ਾ ਬੋਲਦੇ ਹੋ, ਤੁਸੀਂ ਦਵਿੰਦਰ ਜੀ ਪੰਜਾਬੀ ਭਾਸ਼ਾ ਬੋਲਦੇ ਹੋ, ਮੈਂ ਪੰਜਾਬੀ ਭਾਸ਼ਾ ਬੋਲਦਾ, ਤੇ ਤੁਸੀਂ ਵੀ ਰੁਜ਼ਗਾਰ ਕਰ ਰਹੇ ਹੋ ਤੇ ਮੈਂ ਵੀ ਆਪਣੇ ਰੁਜ਼ਗਾਰ 'ਚ ਲੱਗਾ ਹੋਇਆ, ਔਰ ਪਤਾ ਨਹੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦੇ ਵਿੱਚ ਲਗਾਉਣ ਦੇ ਵਿੱਚ ਸਾਡੀ ਕਿਤੇ ਨਾ ਕਿਤੇ ਭੂਮਿਕਾ ਜ਼ਰੂਰ ਹੋਏਗੀ। ਇਸ ਕਰਕੇ ਇਹ ਮੈਨੂੰ ਲੱਗਦਾ ਨਿਰਭਰ ਕਰਦਾ ਹੈ ਤੁਹਾਡੀ ਆਪਣੀ ਕਮਿਟਮੈਂਟ ਤੇ, ਜਾਂ ਤੁਹਾਡੀ ਆਪਣੀ ਸਮਝ ਤੇ, ਜਾਂ ਤੁਹਾਡੀ ਆਪਣੀ ਦੌੜ ਤੇ, ਤੁਸੀਂ ਕਿੰਨਾ ਕੁ ਦੌੜਨਾ, ਕਿਸੇ ਦੂਸਰੇ ਦੇ ਮਗਰ ਲੱਗ ਕੇ ਦੌੜਨਾ ਜਾਂ ਫਿਰ ਆਪਣੇ ਦਿਮਾਗ ਨਾਲ ਸੋਚ ਕੇ ਕੁਝ ਕਰਨਾ। ਜੀ ਸਰ, ਇੱਕ ਧਾਰਨਾ ਵੀ ਬਹੁਤ ਬਣੀ ਹੋਈ ਹੈ ਸਟੂਡੈਂਟ ਦੇ ਵਿੱਚ, ਖਾਸ ਕਰਕੇ ਵਿਦਿਆਰਥੀ ਜਿਹੜੇ ਉਹ ਇਹ ਸੋਚਦੇ ਕਿ ਪੰਜਾਬੀ ਭਾਸ਼ਾ ਹੀ ਹੈ, ਪੰਜਾਬੀ ਸਬਜੈਕਟ ਹੀ ਹੈ, ਕੀ ਹੋਇਆ ਪੜ੍ਹ ਹੀ ਲਵਾਂਗੇ, ਕਰ ਹੀ ਲਵਾਂਗੇ, ਪਰ ਕਿਤੇ ਨਾ ਕਿਤੇ ਪੰਜਾਬੀ ਬਹੁਤ ਔਖੀ ਹੈ। ਇਹ ਕਿੰਨਾ ਕੁ ਸਰ ਇਹਦੇ ਵਿੱਚ ਸਹੀ ਹੈ? ਗੱਲ ਫਿਰ ਦਵਿੰਦਰ ਜੀ ਉਹੀ ਹੈ ਕਿ ਪੰਜਾਬੀ ਕਿੰਨੀ ਕੁ ਔਖੀ ਹੈ, ਕਿਉਂਕਿ ਔਖਾ ਤਾਂ ਮੈਨੂੰ ਲੱਗਦਾ ਜ਼ਿੰਦਗੀ 'ਚ ਕੁਝ ਵੀ ਨਹੀਂ ਹੁੰਦਾ। ਬਿਲਕੁਲ। ਕਿਉਂਕਿ ਇੱਕ ਬੜਾ ਖੂਬਸੂਰਤ ਸ਼ੇਅਰ ਹੈ ਸਾਡੇ, ਅਕਸਰ ਬੋਲਦੇ ਹੁੰਦੇ ਕਈ ਵਾਰੀ ਕਿ ਬੇਹਿੰਮਤੇ ਹੁੰਦੇ ਉਹ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਤੇ, ਉੱਗਣ ਵਾਲੇ ਉੱਗ ਜਾਂਦੇ ਨੇ ਪਾੜ ਕੇ ਸੀਨੇ ਪੱਥਰਾਂ ਤੇ, ਹਨਾ। ਇਸ ਕਰਕੇ ਕਦੇ ਵੀ ਕੁਝ ਔਖਾ ਤਾਂ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ। ਰੌਬਰਟ ਐਚ ਸ਼ੂਲਰ ਦੀ ਬੜੀ ਖੂਬਸੂਰਤ ਇੱਕ ਕੋਟੇਸ਼ਨ ਹੈ ਅੰਗਰੇਜ਼ੀ ਦੇ ਵਿੱਚ ਕਿ ਟਫ ਟਾਈਮਸ ਨੈਵਰ ਲਾਸਟ ਬਟ ਟਫ ਪੀਪਲ ਡੂ, ਕਿ ਔਖਾ ਸਮਾਂ ਤਾਂ ਕਦੀ ਜ਼ਿੰਦਗੀ 'ਚ ਖਤਮ ਹੁੰਦਾ ਹੀ ਨਹੀਂ। ਬਿਲਕੁਲ। ਪਰ ਜਿਹੜੇ ਬੰਦੇ ਕਰੜੇ ਹੁੰਦੇ ਆ, ਔਖੇ ਹੁੰਦੇ ਆ, ਮਜ਼ਬੂਤ ਹੁੰਦੇ ਆ, ਉਹ ਔਖੇ ਨੂੰ ਵੀ ਸੌਖਾ ਕਰ ਲੈਂਦੇ। ਇਸ ਕਰਕੇ ਗੱਲ ਉਹੀ ਆ ਕਿ ਅਸੀਂ ਕਿਸੇ ਚੀਜ਼ ਨੂੰ ਕਿੰਨਾ ਕੁ ਔਖਾ ਸਮਝਦੇ ਆ, ਕਿੰਨਾ ਕੁ ਸੌਖਾ ਸਮਝਦੇ ਆ, ਸਾਡੀ ਪ੍ਰਤੀਬੱਧਤਾ ਕਿੰਨੀ ਕੁ ਹੈਗੀ ਆ। ਪੰਜਾਬੀ ਭਾਸ਼ਾ ਸੌਖੀ ਵੀ ਆ ਜੇ ਤੁਸੀਂ ਉਹਦੇ ਪ੍ਰਤੀ ਇਮਾਨਦਾਰੀ ਦੇ ਨਾਲ ਸੋਚਦੇ ਆ ਤੇ ਇਮਾਨਦਾਰੀ ਨਾਲ ਉਹਨੂੰ ਪੜ੍ਹਦੇ ਆ। ਸਾਡੇ ਵਾਸਤੇ ਮੈਥਮੈਟਿਕਸ ਸਬਜੈਕਟ ਜਿਹੜਾ ਬੜਾ ਔਖਾ ਲੱਗਦਾ ਹੁੰਦਾ ਸੀ, ਅੰਗਰੇਜ਼ੀ ਵੀ ਸਾਡੇ ਵਾਸਤੇ, ਪਿੰਡਾਂ ਵਾਲਿਆਂ ਵਾਸਤੇ ਦੂਰ ਦੀ ਕੌਡੀ ਲੱਗਦੀ ਆ। ਪਰ ਜੇਕਰ ਅਸੀਂ ਸੋਚੀਏ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ 6ਵੀਂ ਕਲਾਸ ਦੇ ਵਿੱਚ ਜਦੋਂ ABC ਸਿੱਖ ਕੇ ਅਸੀਂ ਆਪਣੀ ਪੜ੍ਹਾਈ ਦਾ ਸਫ਼ਰ ਅੱਗੇ ਵਧਾਇਆ, ਪਰ ਮੇਰੇ ਤੱਕ ਜਾਂ ਮੇਰੇ ਤੋਂ ਕੁਝ ਸਮਾਂ ਬਾਅਦ ਵੀ ਜਾਂ ਮੇਰੇ ਤੋਂ ਲੰਬਾ ਸਮਾਂ ਪਹਿਲਾਂ ਵੀ ਇਹ ਜੋ ਚੱਲਦਾ ਰਿਹਾ, ਤੇ ਉਹਨਾਂ ਲੋਕਾਂ ਨੂੰ ਕਿਹੜਾ ਅੰਗਰੇਜ਼ੀ ਨਹੀਂ ਸੀ ਆਉਂਦੀ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਆਪਣੀ ਕਮਿਟਮੈਂਟ ਕਿੰਨੀ ਕੁ ਆ ਵੀ ਤੁਹਾਨੂੰ ਉਹ ਚੀਜ਼ ਸੌਖੀ ਲੱਗੇ। ਜੇਕਰ ਤੁਸੀਂ ਇਹ ਸਮਝਣਾ ਕਿ ਪੰਜਾਬੀ ਆ, ਪੰਜਾਬੀ ਦਾ ਕੀ ਆ, ਕਰ ਲਵਾਂਗੇ, ਉਹਦੇ ਵੱਲ ਧਿਆਨ ਹੀ ਨਾ ਦੋਗੇ, ਤਾਂ ਫਿਰ ਉਹ ਵੀ ਬਹੁਤ ਔਖੀ ਆ, ਕਿਉਂਕਿ ਸਿਲੇਬਸ ਤਾਂ ਪੜ੍ਹਨਾ ਹੀ ਪਊਗਾ ਨਾ ਪੇਪਰ ਦੇਣ ਲਈ। ਜੀ ਜੀ, ਇਹ ਤਾਂ ਹੈ। ਸੋ ਵੇਲਾ ਹੋ ਰਿਹਾ ਇੱਥੇ ਇੱਕ ਬ੍ਰੇਕ ਦਾ, ਆਪਾਂ ਗੱਲਾਂ ਬਾਤਾਂ ਫਿਰ ਅੱਗੇ ਦੁਬਾਰਾ ਸ਼ੁਰੂ ਕਰਾਂਗੇ। ਸੋ ਇੱਥੇ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਾਜ਼ਰ ਹੁੰਦੇ ਆ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ, ਤੇ ਅੱਜ ਗੱਲਾਂ ਬਾਤਾਂ ਚੜੀਆਂ ਨੇ ਉਹ ਪੰਜਾਬੀ ਨੂੰ ਲੈ ਕੇ ਚੱਲ ਰਹੀਆਂ ਨੇ। ਸੋ ਸਰ, ਹੁਣ ਆਪਾਂ ਅੱਗੇ ਥੋੜੀ ਜਿਹੀ ਗੱਲ ਨੂੰ ਵਧਾਉਂਦੇ ਆ। ਰੋਜ਼ਗਾਰ ਦੀ ਗੱਲ ਕਰ ਰਹੇ ਸੀਗੇ ਕਿ ਬਹੁਤਿਆਂ ਨੂੰ ਏਦਾਂ ਲੱਗਦਾ ਹੈ ਕਿ ਜੇ ਪੰਜਾਬੀ ਦੇ ਵਿੱਚ ਅਸੀਂ ਕੋਈ ਵੀ ਮਤਲਬ ਸਟੱਡੀ ਕਰਾਂਗੇ ਜਾਂ ਪੰਜਾਬੀ ਲੈਂਗੁਏਜ ਨੂੰ ਲੈ ਕੇ ਅਸੀਂ ਕੁਝ ਵੀ ਅੱਗੇ ਪੜਾਂਗੇ ਜਾਂ ਉਹਦੇ ਵਿੱਚ ਸਾਨੂੰ ਰੋਜ਼ਗਾਰ ਨਹੀਂ ਮਿਲੇਗਾ। ਹੁਣ ਮੋਸਟਲੀ ਅਸੀਂ ਦੇਖਦੇ ਹਾਂ ਕਿ ਜਦੋਂ MA ਦੀ ਗੱਲ ਹੁੰਦੀ ਹੈ ਕਿ ਕਿਸੇ ਨੇ MA ਪੰਜਾਬੀ ਲੈ ਲਈ ਤੇ ਉਸ ਨੂੰ ਇਸ ਨਜ਼ਰ ਨਾਲ ਦੇਖਿਆ ਜਾਂਦਾ ਕਿ ਤੂੰ MA ਪੰਜਾਬੀ ਕਰਕੇ ਕੀ ਕਰ ਲੈਣਾ ਹੈ, ਹਨਾ, ਤੇ ਤੁਸੀਂ ਤਾਂ PhD ਕਰ ਲਈ ਹੈ। ਸੋ ਇਹ ਕਿੱਦਾਂ ਮਤਲਬ ਸਬੱਬ ਜਿਹਾ ਬਣ ਗਿਆ, ਤੇ ਰੋਜ਼ਗਾਰ ਜਿਹੜੇ ਆ ਇਸ ਦੇ ਵਿੱਚ ਕਿਵੇਂ ਅਸੀਂ ਅਪਣਾ ਸਕਦੇ ਹਾਂ? ਦੇਖੋ ਜੀ, ਮੈਂ ਇਹ ਗੱਲ ਸ਼ੁਰੂ 'ਚ ਕੀਤੀ ਸੀ ਕਿ ਤੁਹਾਡਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਫੋਲੋ ਕਰਦੇ ਆ ਜੀ, ਤੇ ਫੋਲੋ ਕਰਦੇ ਆ, ਜਦੋਂ ਤੁਸੀਂ ਆਪਣੇ ਰਾਹ ਤੇ ਫੋਲੋ ਕਰਨ ਵੇਲੇ ਤੁਸੀਂ ਕਿਸੇ ਵੇਲੇ ਫੋਲੋ ਜ਼ਰੂਰ ਕਰਦੇ ਆ ਕਿਸੇ ਨੂੰ, ਪਰ ਬਾਅਦ ਵਿੱਚ ਰਸਤਾ ਤੁਹਾਨੂੰ ਖੁਦ ਹੀ ਜਿਹੜਾ ਆ ਉਹ ਤੈਅ ਕਰਨਾ ਪੈਂਦਾ। ਜਿਵੇਂ ਅਸੀਂ ਕਹਿ ਦਈਏ ਨਾ ਵੀ ਕਿਸੇ ਨੂੰ ਜੇਕਰ ਕਿਸੇ ਕੰਮ ਤੇ ਲਵਾਉਣ ਲਈ ਤੁਸੀਂ ਕਿਸੇ ਦੀ ਸਿਫਾਰਿਸ਼ ਤਾਂ ਕਰ ਸਕਦੇ ਇੱਕ ਵਾਰੀ, ਲਵਾ ਤਾਂ ਦਿਓਗੇ, ਪਰ ਨੌਕਰੀ ਤਾਂ ਬੰਦੇ ਨੂੰ ਖੁਦ ਕਰਨੀ ਪੜੇਗੀ ਨਾ। ਤੇ ਜੇਕਰ ਉਹ ਬੰਦੇ ਨੂੰ ਖੁਦ ਕੰਮ ਕਰਨਾ ਪਏਗਾ ਤੇ ਫਿਰ ਉਹਦੇ ਵਿੱਚ ਫਿਰ ਉਹ
ਸੰਭਾਵਨਾਵਾਂ ਵੀ ਤਲਾਸ਼ੇਗਾ, ਉਹਦੇ ਵਿੱਚ ਫਿਰ ਉਹ ਆਪਣੀ ਮਿਹਨਤ ਤੇ ਲਗਨ ਵੀ ਲਗਾਏਗਾ ਜੀ। ਤੇ ਫਿਰ ਜਦੋਂ ਤੁਸੀਂ ਆਪਣੇ ਰਾਹ ਤੇ ਤੁਰ ਪੈਂਦੇ ਆ ਤੇ ਫਿਰ ਅੱਗੇ ਆਪਣੇ ਆਪ ਹੀ ਜਿਹੜੇ ਆ ਨਾ ਉਹ ਸਬੱਬ ਬਣਦੇ ਜਾਂਦੇ ਹੁੰਦੇ ਆ। ਤੇ ਇਸ ਕਰਕੇ ਜਦੋਂ ਆਪਾਂ ਰੁਜ਼ਗਾਰ ਦੀ ਗੱਲ ਕਰਦੇ ਆ ਤੇ ਇਹਦੇ ਵਿੱਚ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਹੈਗੇ ਨੇ। ਤੇ ਜਦੋਂ ਮੈਂ ਆਪਣੇ ਇਸ ਖੇਤਰ 'ਚ ਅਧਿਆਪਨ ਦੀ ਗੱਲ ਕਰਦਾ ਆ ਤੇ ਮੈਂ ਜਦੋਂ MA ਕਰਕੇ ਹਟਿਆ ਸੀ ਤੇ 2002 ਦੇ ਵਿੱਚ ਮੈਂ ਕਾਲਜ ਦੇ ਵਿੱਚ ਪੜ੍ਹਾਉਣ ਗਿਆ ਤੇ ਉੱਥੇ ਪੜ੍ਹਾਉਣ ਦਾ ਕਿਉਂਕਿ ਐਕਸਪੀਰੀਅੰਸ ਤਾਂ ਕੋਈ ਹੈ ਨਹੀਂ ਸੀਗਾ। ਪਹਿਲਾਂ ਨਵੇਂ ਬੜਾ ਮੁਸ਼ਕਿਲ ਲੱਗਦਾ ਹੁੰਦਾ ਵੀ ਕਿੱਦਾਂ ਦੇ ਉੱਥੇ ਬੱਚੇ ਹੋਣਗੇ, ਕਿਸ ਤਰ੍ਹਾਂ ਤੁਸੀਂ ਉੱਥੇ ਜਾ ਕੇ ਸਥਿਤੀਆਂ ਫੇਸ ਕਰੋਗੇ। ਤੇ ਜਦੋਂ ਫਿਰ ਉਹ ਤੁਹਾਡੇ ਸਾਹਮਣੇ ਆਉਂਦਾ ਤੇ ਫਿਰ ਤੁਹਾਨੂੰ ਸਮਝ ਨਹੀਂ ਲੱਗਦੀ ਤੁਸੀਂ ਕਰਨਾ ਕੀ ਆ। ਪਰ ਤੁਹਾਡੇ ਵਾਸਤੇ ਹਮੇਸ਼ਾ ਕੋਈ ਨਾ ਕੋਈ ਮੋਟੀਵੇਸ਼ਨ ਜਿਹੜੀ ਆ ਉਹ ਜ਼ਰੂਰ ਹੁੰਦੀ ਆ। ਮੇਰਾ ਹਮੇਸ਼ਾ ਇਹ ਮੈਂ ਕਹਿੰਦਾ ਕਿ ਪੋਜ਼ਿਟਿਵ ਪੱਖ ਰਿਹਾ ਕਿ ਮੈਂ ਜ਼ਿੰਦਗੀ ਦੇ ਵਿੱਚ ਜਿਹੜਾ ਹਮੇਸ਼ਾ ਸਿੱਖਦਾ ਰਿਹਾ ਹਾਂ, ਸਿੱਖਣ ਨੂੰ ਤਰਜੀਹ ਦਿੱਤੀ ਆ। ਔਰ ਜਿਸੇ ਵੀ ਸੰਸਥਾ ਦੇ ਵਿੱਚ ਮੈਂ ਪੜ੍ਹਾਉਣ ਗਿਆ ਹਾਂ ਤੇ ਉੱਥੇ ਹਮੇਸ਼ਾ ਮੈਨੂੰ ਸੀਨੀਅਰ ਹੀ ਮਿਲੇ ਜੀ। ਤੇ ਸੀਨੀਅਰ ਦੇ ਕੋਲੋਂ ਹਮੇਸ਼ਾ ਜਦੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਤੇ ਤੁਸੀਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਹ ਪੱਲੇ ਗੰਢ ਜਦੋਂ ਮਾਰ ਲੈਂਦੇ ਆ ਤੇ ਫਿਰ ਤੁਸੀਂ ਜ਼ਿੰਦਗੀ ਦੀ ਮਾਰ ਨਹੀਂ ਖਾਂਦੇ। ਇਸ ਕਰਕੇ ਮੈਂ ਅਕਸਰ ਆਪਣੇ ਵਿਦਿਆਰਥੀਆਂ ਨੂੰ ਵੀ ਬੱਚਿਆਂ ਨੂੰ ਵੀ ਕਹਿੰਦਾ ਹੁੰਦਾ ਕਿ ਸੀਨੀਅਰ ਦਾ ਹਮੇਸ਼ਾ ਸਤਿਕਾਰ ਕਰਿਆ ਕਰੋ। ਉਹਨਾਂ ਦੇ ਕੋਲੋਂ ਜੋ ਕੁਝ ਚੰਗਾ ਤੁਹਾਨੂੰ ਲੱਗਦਾ ਆ ਉਹਨੂੰ ਸਕਾਰਾਤਮਕਤਾ ਦੇ ਨਾਲ ਪੋਜ਼ਿਟਿਵਲੀ ਜਿਹੜਾ ਆ ਉਹ ਗ੍ਰਹਿਣ ਕਰਕੇ ਆਪਣੇ ਅੰਦਰ ਵਸਾ ਲਓਗੇ ਤੇ ਤੁਹਾਡੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਜ਼ਰੂਰ ਕੰਮ ਆਊਗਾ। ਤੇ ਫਿਰ ਇਸੇ ਤਰ੍ਹਾਂ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੀਨੀਅਰਸ ਕੋਲੋਂ ਸਿੱਖਦਾ ਰਿਹਾ ਤੇ ਜਿੱਥੇ ਕਿਤੇ ਮੌਕੇ ਆਉਂਦੇ ਰਹੇ ਉਹਨਾਂ ਮੌਕਿਆਂ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਰਿਹਾ। ਤੇ ਫਿਰ ਜਦੋਂ ਤੁਹਾਡੇ ਸਾਹਮਣੇ ਖੁੱਲਾ ਮੈਦਾਨ ਹੋਵੇ ਤਾਂ ਤੁਹਾਡੇ ਵਾਸਤੇ ਬਹੁਤ ਕੁਝ ਕਰਨ ਲਈ ਹੁੰਦਾ। ਤੇ ਮੇਰੇ ਵਾਸਤੇ ਵੀ ਕੁਝ ਇਸੇ ਤਰ੍ਹਾਂ ਸੀ ਕਿ ਪੰਜਾਬੀ ਦਾ ਅਧਿਆਪਕ ਹੋਣ ਕਰਕੇ, ਪੰਜਾਬੀ ਦਾ ਵਿਦਿਆਰਥੀ ਹੋਣ ਕਰਕੇ, ਪੰਜਾਬੀ ਭਾਵੇਂ ਕਿ ਪੜ੍ਹਾਉਣ ਵੀ ਲੱਗ ਪਏ ਸੀ ਪਰ ਸਿੱਖਣਾ ਕਦੇ ਨਹੀਂ ਛੱਡਿਆ। ਅੱਜ ਵੀ ਭਾਵੇਂ ਡਾਕਟਰੇਟ ਕਰ ਲਈ ਆ ਪਰ ਸਿੱਖਣਾ ਨਹੀਂ ਛੱਡਿਆ। ਜਦੋਂ ਤੁਸੀਂ ਜ਼ਿੰਦਗੀ 'ਚ ਆਪਣੇ ਆਪ ਨੂੰ ਵਿਦਿਆਰਥੀ ਸਮਝਦੇ ਆ ਨਾ ਤੁਸੀਂ ਬਹੁਤ ਕੁਝ ਸਿੱਖਦੇ ਆ। ਤੇ ਜਦੋਂ ਤੁਸੀਂ ਕੁਝ ਆਪਣੇ ਆਪ ਨੂੰ ਸਮਝਣ ਲੱਗ ਪੈਂਦੇ ਤੇ ਉਦੋਂ ਤੁਹਾਡੀ ਗਰੋਥ ਰੁਕ ਜਾਂਦੀ ਹੈ। ਇਸ ਕਰਕੇ ਸਾਹਿਤ ਪੜ੍ਹਨ ਦੀ ਰੁਚੀ ਪਹਿਲਾਂ ਤੋਂ ਸੀਗੀ ਤੇ ਜਦੋਂ ਤੁਹਾਡੇ ਕੋਲ ਸਾਹਿਤ ਪੜ੍ਹਨ ਦੀ ਰੁਚੀ ਹੋਵੇ, ਸਾਹਿਤ ਤੁਹਾਡੇ ਅੰਦਰ ਵਸਦਾ ਹੋਵੇ ਤੇ ਫਿਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਵਿਚਰਨਾ ਜਿਹੜਾ ਆ ਉਹ ਔਖਾ ਨਹੀਂ ਲੱਗਦਾ। ਫਿਰ ਇਸੇ ਕਰਕੇ ਜ਼ਿੰਦਗੀ 'ਚ ਅੱਗੇ ਵਧਦੇ ਹਾਂ ਅਸੀਂ ਵੱਖ-ਵੱਖ ਕਾਲਜ ਦੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਦੇ ਵਿੱਚ ਬਤੌਰ ਸੰਚਾਲਕ ਐਜ਼ ਐਂਕਰ ਕੰਮ ਕਰਨਾ ਸ਼ੁਰੂ ਕਰ ਦੇਣਾ। ਕੋਈ ਫੰਕਸ਼ਨ ਹੋਣਾ ਉਹਦੇ ਵਿੱਚ ਕੋਈ ਕਵਿਤਾ ਪੜ੍ਹ ਦੇਣੀ ਜਾਂ ਕਵਿਤਾ ਜਿਹੜੀ ਆ ਵਿਦਿਆਰਥੀਆਂ ਨੂੰ ਬੋਲਣ ਵਾਸਤੇ ਮੋਟੀਵੇਟ ਕਰਨਾ। ਤੇ ਇਸ ਤਰ੍ਹਾਂ ਕਰਦੇ ਜਦੋਂ ਰੁਜ਼ਗਾਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਿਅਸਤ ਕਰ ਲੈਂਦੇ ਆ ਤੇ ਫਿਰ ਉਹ ਵੀ ਤੁਹਾਨੂੰ ਫਿਰ ਜਿਹੜਾ ਹੈ ਨਾ ਉਹ ਬੜਾ ਕੁਝ ਦਿੰਦਾ ਹੈ, ਬਸ਼ਰਤੇ ਕਿ ਤੁਹਾਨੂੰ ਆਪਣੇ ਆਪ ਨੂੰ ਸਮਰਪਣ ਜਿਹੜਾ ਆ ਉਹ ਕਰਨਾ ਪਏਗਾ ਉਸ ਖੇਤਰ ਦੇ ਲਈ। ਤੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਬੜਾ ਜ਼ਰੂਰੀ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਜਿਹੜਾ ਕੰਮ ਕਰ ਰਹੇ ਹੋ ਉਹਦੇ ਪ੍ਰਤੀ ਸਮਰਪਿਤ ਕਰਦੇ ਹੋ ਤਾਂ ਫਿਰ ਆਪਣੇ ਆਪ ਮੌਕੇ ਜਿਹੜੇ ਨੇ ਉਹ ਅੱਗੇ ਬਣਦੇ ਨੇ। ਬਹੁਤ ਖੂਬਸੂਰਤ ਗੱਲ ਤੁਸੀਂ ਕਹੀ ਹੈ ਜੀ। ਪਰ ਇਸ ਤੋਂ ਇਲਾਵਾ ਜੇ ਗੱਲ ਕਰੀਏ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਜਿਹੜਾ ਦਿਵਸ ਮਨਾਇਆ ਜਾਂਦਾ ਪੂਰੀ ਦੁਨੀਆ ਦੇ ਵਿੱਚ। ਪਰ ਜੇ ਇੱਥੇ ਗੱਲ ਕਰੀ ਜਾਵੇ ਸਰ ਕਿ ਨਾ ਅੱਗੇ ਕੁਝ ਹੁੰਦਾ ਹੈ ਨਾ ਪਿੱਛੇ ਕੁਝ ਹੁੰਦਾ ਹੈ, ਸਿਰਫ 21 ਫਰਵਰੀ ਨੂੰ ਯਾਦ ਆਉਂਦਾ ਹੈ ਕਿ ਅੱਜ ਮਾਤ ਭਾਸ਼ਾ ਦਿਵਸ ਹੈ ਤੇ ਮਨਾਇਆ ਜਾਵੇ। ਬਿਲਕੁਲ, ਗੱਲ ਤਾਂ ਬੜੀ ਖੂਬਸੂਰਤ ਹੈ ਤੁਸੀਂ ਕੀਤੀ ਦਵਿੰਦਰ ਜੀ ਕਿ ਹਰ ਦਿਨ ਜਿਹੜਾ ਆ ਉਹ ਮਾਤ ਭਾਸ਼ਾ ਦਾ ਹੁੰਦਾ ਆ ਤੇ ਹਰ ਦਿਨ ਨੂੰ ਉਸ ਦਿਨ ਦੇ ਵਾਂਗ ਜਿਹੜਾ ਉਹ ਸਮਝਣਾ ਤੇ ਮਹਿਸੂਸ ਕਰਨਾ ਚਾਹੀਦਾ। ਪ੍ਰੋਗਰਾਮ ਕਰਨੇ ਬਹੁਤ ਚੰਗੀ ਗੱਲ ਆ, ਕਰਨੇ ਚਾਹੀਦੇ ਨੇ ਜਿਹੜੇ ਕਿ ਸਾਨੂੰ ਹਮੇਸ਼ਾ ਮੋਟੀਵੇਸ਼ਨ ਵੀ ਦਿੰਦੇ ਆ। ਪਰ ਨਾਲ ਸਾਨੂੰ ਇਹਨਾਂ ਪ੍ਰੋਗਰਾਮਾਂ ਤੋਂ ਇਲਾਵਾ ਉਹਦੇ ਵਾਸਤੇ ਵੱਧ ਤੋਂ ਵੱਧ ਯਤਨ ਵੀ ਕਰਨੇ ਚਾਹੀਦੇ ਕਿ ਪੰਜਾਬੀ ਭਾਸ਼ਾ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਉਹਨੂੰ ਉਹਦਾ ਬਣਦਾ ਮਾਣ ਸਤਿਕਾਰ ਜਿਹੜਾ ਉਹ ਦਿਵਾਉਣ ਦੇ ਵਾਸਤੇ ਸਾਨੂੰ ਸਮੇਂ-ਸਮੇਂ ਤੇ ਪ੍ਰੋਗਰਾਮਾਂ ਦੇ ਨਾਲ ਜਿੱਥੇ ਕਿਤੇ ਉਹਦੇ ਪ੍ਰਤੀ ਕੁਝ ਕਮੀਆਂ ਪੇਸ਼ੀਆਂ ਹੈਗੀਆਂ ਨੇ ਉਹਨਾਂ ਦੇ ਵਾਸਤੇ ਵੀ ਸਾਨੂੰ ਜਿਹੜਾ ਆ ਉਹ ਤਹਿ ਦਿਲੋਂ ਕੰਮ ਕਰਨਾ ਚਾਹੀਦਾ। ਮੈਂ ਉਦਾਹਰਨ ਦੇ ਵਜੋਂ ਇਹ ਕਹਾਂ ਕਿ 2008 ਦੇ ਵਿੱਚ ਪੰਜਾਬੀ ਭਾਸ਼ਾ ਐਕਟ ਜਿਹੜਾ ਆ ਉਹ ਪੰਜਾਬ ਦੇ ਵਿੱਚ ਬਣਦਾ, ਜਿਹਦਾ ਮਕਸਦ ਇਹ ਸੀਗਾ ਕਿ ਪੰਜਾਬ ਦੇ ਹਰ ਸਕੂਲ ਦੇ ਵਿੱਚ 10ਵੀਂ ਤੱਕ ਪੰਜਾਬੀ ਪੜ੍ਹਾਉਣੀ ਲਾਜ਼ਮੀ ਹੋਏਗੀ। ਭਾਵੇਂ ਉਹ ICSE ਨਾਲ ਸੰਬੰਧਿਤ ਸਕੂਲ ਆ, ਚਾਹੇ ਉਹ CBSE ਦਾ ਸੰਬੰਧਿਤ ਸਕੂਲ ਆ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਤਾਂ ਪੜ੍ਹਾਈ ਹੀ ਜਾਂਦੀ ਹੈ। ਤੇ ਪਰ
ਉਹ ਬਦਕਿਸਮਤੀ ਇਹ ਆ ਕਿ ਅਜੇ ਤੱਕ ਵੀ ਉਹ ਪੰਜਾਬੀ ਭਾਸ਼ਾ ਐਕਟ 2001 ਜਿਹੜਾ ਆ ਪੂਰਨ ਰੂਪ ਦੇ ਵਿੱਚ ਲਾਗੂ ਨਹੀਂ ਹੋ ਸਕਿਆ। ਭਾਵੇਂ ਕਿ ਉਹਦੇ ਵਾਸਤੇ ਸਮੇਂ-ਸਮੇਂ ਤੇ ਵੱਖ-ਵੱਖ ਜਥੇਬੰਦੀਆਂ ਬਹੁਤ ਉਪਰਾਲੇ ਕਰਦੀਆਂ, ਸਰਕਾਰਾਂ ਤੱਕ ਵੀ ਜਿਹੜਾ ਉਹ ਅਪਰੋਚ ਕਰਦੀਆਂ, ਪਰ ਉਹਨੂੰ ਅਜੇ ਤੱਕ ਵੀ ਉਸ ਮਿਹਨਤ ਨੂੰ ਬੂਰ ਨਹੀਂ ਪੈਂਦਾ। ਉਹਦੇ ਪਿੱਛੇ ਮੈਨੂੰ ਲੱਗਦਾ ਕਿ ਭਾਵੇਂ ਗੱਲ ਕੋਈ ਵੀ ਹੋਵੇ, ਪਰ ਸਰਕਾਰਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਪੰਜਾਬ ਦੀ ਰਾਜ ਭਾਸ਼ਾ ਹੈ ਪੰਜਾਬੀ। ਪੰਜਾਬ ਦੇ ਲੋਕਾਂ ਦੀ ਮਾਤ ਭਾਸ਼ਾ ਹੈ ਪੰਜਾਬੀ, ਤੇ ਪੰਜਾਬ ਦੇ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਲੋਕਾਂ ਦੀ ਪਹਿਲੀ ਭਾਸ਼ਾ ਹੈ ਪੰਜਾਬੀ। ਤੇ ਇਸ ਪਹਿਲੀ ਭਾਸ਼ਾ, ਮਾਤ ਭਾਸ਼ਾ ਤੇ ਰਾਜ ਭਾਸ਼ਾ ਦੇ ਬਾਰੇ ਬਹੁਤ ਗਹਿਰਾਈ ਦੇ ਨਾਲ, ਬਹੁਤ ਸ਼ਿੱਦਤ ਦੇ ਨਾਲ ਤੇ ਬਹੁਤ ਸਮਝਦਾਰੀ ਦੇ ਨਾਲ ਜਿਹੜੇ ਉਹ ਫੈਸਲਾ ਲੈ ਕੇ, ਇਹਦੇ ਹੱਕ ਵਿੱਚ ਫੈਸਲਾ ਲੈ ਕੇ ਸਨ 2008 ਦਾ ਜਿਹੜਾ ਪੰਜਾਬੀ ਭਾਸ਼ਾ ਐਕਟ ਜਿਹੜਾ ਬਣਿਆ ਆ ਉਹਨੂੰ ਪੂਰਨ ਰੂਪ ਦੇ ਵਿੱਚ ਲਾਗੂ ਕਰਨਾ ਚਾਹੀਦਾ। ਤੇ ਵੱਖ-ਵੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਸਿਰਫ ਇੱਕੋ ਹੀ ਦਿਨ ਮਾਤ ਭਾਸ਼ਾ ਦਿਵਸ ਜਿਹੜਾ ਅਸੀਂ ਕਹਿੰਦੇ 21 ਫਰਵਰੀ ਨੂੰ ਮਨਾਉਂਦੇ ਆ, ਉਹਨੂੰ ਹੀ ਇਕੱਲਾ ਇੱਕ ਦਿਨ ਹੀ ਨਾ ਮਿੱਥਿਆ ਜਾਵੇ। ਪੂਰੇ ਸਾਲ ਦੇ ਵਿੱਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਪ੍ਰੋਗਰਾਮ ਉਲੀਕ ਕੇ ਸਰਕਾਰਾਂ ਤੱਕ ਤੇ ਲੋਕਾਂ ਤੱਕ ਪਹੁੰਚ ਕਰਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ। ਜੀ ਤੇ ਹੁਣ ਆਪਾਂ ਪੰਜਾਬੀ ਭਾਸ਼ਾ ਦੀ ਇੱਕ ਵਾਰ ਫਿਰ ਤੋਂ ਗੱਲ ਕਰ ਲੈਂਦੇ। ਤੁਸੀਂ PhD ਕੀਤੀ ਆ, ਇਹ ਤਾਂ ਪਤਾ ਹੈ ਕਿ ਪੰਜਾਬੀ ਦੇ ਵਿੱਚ ਕੁਝ ਨਾ ਕੁਝ ਕੀਤਾ ਹੈ ਤੁਸੀਂ, ਪਰ ਐਗਜ਼ੈਕਟਲੀ ਜਿਹੜਾ ਇੱਕ ਟੌਪਿਕ ਹੈ ਉਹ ਕਿਹੜਾ ਚੁਣਿਆ ਸੀ ਤੁਸੀਂ? ਪੰਜਾਬੀ ਦੇ ਵਿੱਚ ਇਕੱਲਾ ਜੇ ਆਪਾਂ ਨਾ ਕਹੀਏ, ਮੇਰਾ PhD ਦਾ ਜਿਹੜਾ ਕੰਮ ਹੈ ਉਹ ਹੈਗਾ ਭਾਸ਼ਾ ਦੇ ਵਿੱਚ। ਭਾਸ਼ਾ ਵਿਗਿਆਨ ਖੇਤਰ ਦੇ ਵਿੱਚ ਉਹਦੀ ਇੱਕ ਸ਼ਾਖਾ ਹੈਗੀ ਆ ਸਮਾਜ ਭਾਸ਼ਾ ਵਿਗਿਆਨ, ਤੇ ਸਮਾਜ ਭਾਸ਼ਾ ਵਿਗਿਆਨ ਦੇ ਵਿੱਚ ਵੀ ਬਹੁਤ ਸਾਰੀਆਂ ਉਹਦੀਆਂ ਉਪ ਸ਼ਾਖਾਵਾਂ ਨੇ, ਜਿਹਦੇ ਵਿੱਚ ਇੱਕ ਉਪ ਸ਼ਾਖਾ ਜਿਹੜੀ ਹੈਗੀ ਆ ਉਹ ਹੈਗੀ ਆ ਅਪਭਾਸ਼ਾ, ਜਿਹੜੀ ਭਾਸ਼ਾ ਵੰਨਗੀ ਦੇ ਤੌਰ ਤੇ ਅਸੀਂ ਜਾਣਦੇ, ਜਿਹਦਾ ਸੰਬੰਧ ਜਿਹੜਾ ਮਨੁੱਖ ਦੇ ਦੁਆਰਾ ਬੋਲੀ ਜਾਂਦੀ ਭਾਸ਼ਾ ਦੇ ਨਾਲ ਹੈ, ਤੇ ਜਿਹਨੂੰ ਤੁਸੀਂ ਸਲੈਂਗ ਵੀ ਕਹਿੰਦੇ ਹੋ। ਅਪਭਾਸ਼ਾ ਜਿਹੜੀ ਆ ਉਹ ਜਿਹੜੀ ਅਸੀਂ ਕਹਿ ਦਿੰਦੇ ਆ ਕਿ ਜਿਹਦੇ ਵਿੱਚੋਂ ਹੀਣੇ ਭਾਵਾਂ ਦਾ ਸੰਚਾਰ ਹੋਵੇ, ਹੇਠਲੇ ਪੱਧਰ ਦੇ ਗਿਰੇ ਹੋਏ ਡਿੱਗੇ ਹੋਏ ਭਾਵਾਂ ਦਾ ਪ੍ਰਗਟਾਵਾ ਹੋਵੇ, ਉਹਨੂੰ ਅਸੀਂ ਅਪਭਾਸ਼ਾ ਕਹਿੰਦੇ, ਜਿਵੇਂ ਤੁਸੀਂ ਅਪਸ਼ਬਦ ਬੋਲਦੇ ਹੋ। ਤਾਂ ਇਸ ਤਰ੍ਹਾਂ ਦਾ ਵਿਸ਼ਾ ਜਿਹੜਾ ਆ ਉਹ ਮੈਂ ਆਪਣੇ ਰਿਸਰਚ ਦਾ ਜਿਹੜਾ ਉਹ ਚੁਣਿਆ ਸੀਗਾ ਸਾਹਿਤ ਦੇ ਵਿੱਚੋਂ। ਜੀ ਤੇ ਇਹ ਕਿਵੇਂ ਸੋਚਿਆ? ਕਿਉਂਕਿ ਪੰਜਾਬੀ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਕੁਝ ਆ ਜਿਹੜਾ ਤੁਸੀਂ ਸਿੱਖਣਾ ਚਾਹੁੰਦੇ ਹੋ ਜਾਂ ਸਿੱਖ ਸਕਦੇ ਹੋ ਨਾ, ਤੇ ਫਿਰ ਇਸ ਨੂੰ ਹੀ ਕਿਉਂ ਤੁਸੀਂ ਚੁਣਿਆ? ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਰਿਐਲਿਟੀ ਤਾਂ ਇਹ ਆ ਕਿ ਜਦੋਂ ਤੁਸੀਂ ਨਾ ਖੋਜ ਦਾ ਕੰਮ ਕਰਦੇ ਆ, ਤੁਹਾਡੇ ਕੋਲ ਇੰਨਾ ਗਿਆਨ ਨਹੀਂ ਹੁੰਦਾ ਕਿ ਤੁਸੀਂ ਕਿਸ ਖੇਤਰ ਦੇ ਵਿੱਚ PhD ਕਰਨੀ ਹੈ। ਸੱਚੀ ਗੱਲ ਮੈਂ ਦੱਸਾਂ, ਤੁਹਾਡੇ ਗਾਈਡ ਨੂੰ ਪਤਾ ਹੁੰਦਾ ਕਿ ਕਿਹੜੇ ਖੇਤਰ ਦੇ ਵਿੱਚ ਕੰਮ ਜਿਹੜਾ ਉਹ ਵੱਧ ਤੋਂ ਵੱਧ ਕਰਵਾਇਆ ਜਾ ਸਕਦਾ, ਤੇ ਤੁਹਾਡਾ ਗਾਈਡ ਤੁਹਾਨੂੰ 2-4 ਵਿਸ਼ੇ ਜਿਹੜੇ ਨੇ ਉਹ ਦੱਸ ਦਿੰਦਾ ਕਿ ਇਹਦੇ ਬਾਰੇ ਜਿਹੜਾ ਤੂੰ ਸਟੱਡੀ ਕਰ ਲਾ, ਤੇ ਜਿਹੜਾ ਤੈਨੂੰ ਥੋੜਾ ਜਿਹਾ ਲੱਗੇਗਾ ਠੀਕ ਆ, ਤੇ ਜਿਹਦੇ ਵਿੱਚ ਜ਼ਰੂਰਤ ਹੋਏਗੀ, ਜਿਹਦੇ ਵਿੱਚ ਖੋਜ ਪਹਿਲਾਂ ਨਹੀਂ ਹੋਏਗੀ, ਉਹਦੇ ਵਿੱਚ ਖੋਜ ਕਰਨ ਦਾ ਫਾਇਦਾ ਹੈਗਾ। ਤੇ ਤਾਂ ਕਿ ਲੋਕਾਂ ਦੇ ਸਾਹਮਣੇ ਆਉਣ ਵਾਲੇ ਨਵੇਂ ਖੋਜੀ ਜਿਹੜੇ ਨੇ ਉਹਨਾਂ ਦੇ ਸਾਹਮਣੇ ਕੁਝ ਨਾ ਕੁਝ ਜਿਹੜਾ ਆ ਉਹ ਨਵਾਂ ਪੇਸ਼ ਕੀਤਾ ਜਾ ਸਕੇ, ਤੇ ਇਹਦੇ ਨਾਲ ਭਾਸ਼ਾ ਦੇ ਖੇਤਰ ਵਿੱਚ ਵੀ ਜਿਹੜਾ ਕੋਈ ਨਾ ਕੋਈ ਜਿਹੜੀ ਆ ਉਹ ਨਵੀਂ ਖੋਜ ਜਿਹੜੀ ਆ ਉਹ ਲਿਆਂਦੀ ਜਾ ਸਕਦੀ ਆ। ਸੋ ਇਸ ਕਰਕੇ ਮੇਰੇ ਗਾਈਡ ਡਾਕਟਰ ਸੁਖਵਿੰਦਰ ਸਿੰਘ ਸੰਘਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰੀਜਨਲ ਕੈਂਪਸ ਜਲੰਧਰ ਦੇ ਵਿੱਚ ਪ੍ਰੋਫੈਸਰ ਸੀਗੇ, ਉਹ ਰਿਟਾਇਰ ਹੋਏ ਨੇ ਕੁਝ ਸਮਾਂ ਪਹਿਲਾਂ। ਉਹਨਾਂ ਦੇ ਨਾਲ ਮੈਂ ਖੋਜ ਕਾਰਜ ਕੀਤਾ, ਤੇ ਉਹਨਾਂ ਨੇ ਮੈਨੂੰ ਜਦੋਂ ਵਿਸ਼ੇ ਦਿੱਤੇ ਤੇ ਫਿਰ ਉਹਨਾਂ ਨੇ ਹੀ ਮੈਨੂੰ ਕਿਹਾ ਵੀ ਇਹ ਵਿਸ਼ਾ ਨਵੇਕਲਾ ਆ, ਇਹ ਤੇ ਪਹਿਲਾਂ ਖੋਜ ਕਾਰਜ ਹੋਇਆ ਨਹੀਂ ਬਹੁਤ ਜ਼ਿਆਦਾ, ਤੇ ਕੁਝ ਵੀ ਨਹੀਂ ਹੋਇਆ, ਇੱਕ ਦਾ ਥੀਸਿਸ ਕੋਈ ਹੋਇਆ ਹੋਏਗਾ। ਤੇ ਫਿਰ ਮੈਂ ਸੋਚਿਆ ਕਿ ਚੰਗੀ ਗੱਲ ਹੈ ਕਿ ਬਹੁਤਾ ਕੰਮ ਨਹੀਂ ਹੋਇਆ, ਤੇ ਫਿਰ ਜੋ ਮੈਂ ਕਰੂੰਗਾ ਉਹ ਕੁਝ ਨਵੇਕਲਾ ਹੀ ਹੋਊਗਾ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਉਹਦੇ ਵਿੱਚੋਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਸਿਧਾਂਤਕ ਪੱਖ ਦੇ ਜੇਕਰ ਗੱਲ ਕਰੀਏ ਤਾਂ ਕਾਫੀ ਚੀਜ਼ਾਂ ਨਵੀਆਂ ਜਿਹੜੀਆਂ ਨੇ ਉਹ ਇੱਕ ਸਿਧਾਂਤ ਹੀ ਜਿਹੜੇ ਸਲੈਂਗ ਦੇ ਪੰਜਾਬੀ ਦੇ ਵਿੱਚ ਪਹਿਲਾਂ ਨਹੀਂ ਸੀਗੇ, ਉਹਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਮੈਂ ਕੀਤੀ ਹੈ। ਜੀ ਸਰ, ਗੱਲ ਕੀਤੀ ਜਾਵੇ ਬਾਕੀ ਦੇਸ਼ਾਂ ਦੀ, ਉਹ ਜਿਹੜੀ ਉਹਨਾਂ ਦੀ ਭਾਸ਼ਾ ਆ ਉਹ ਸਭ ਤੋਂ ਪਹਿਲਾਂ ਉਹਨੂੰ ਪਹਿਲ ਦਿੰਦੇ ਨੇ। ਜੇ ਮਦਰਾਸ ਦੀ ਵੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਭਾਸ਼ਾ ਬੋਲਦੇ ਨੇ। ਪਰ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ, ਬੜੇ ਹੀ ਦੁਖੀ ਹਿਰਦੇ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਬਚਾਉਣਾ ਪੈ ਰਿਹਾ ਹੈ। ਤੇ ਪੰਜਾਬੀ ਭਾਸ਼ਾ ਨੂੰ ਬਚਾਉਣ ਵਾਸਤੇ ਕਿਹੜੇ ਸਾਨੂੰ ਕਾਰਜ ਕਰਨੇ ਚਾਹੀਦੇ, ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਪਰ ਸਮਾਂ ਇੱਥੇ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ ਤੇ ਹੁਣ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਸਰ। ਗੱਲ ਚੱਲ ਰਹੀ ਸੀ ਜਿੱਦਾਂ ਦਵਿੰਦਰ ਜੀ ਨੇ ਸਵਾਲ ਕੀਤਾ ਕਿ ਸਾਨੂੰ ਆਪਣੀ ਜਿਹੜੀ ਮਾਤ ਭਾਸ਼ਾ ਆ, ਮਾਂ ਬੋਲੀ ਆ, ਉਹਨੂੰ ਬਚਾਉਣ ਵਾਸਤੇ ਯਤਨ ਕਰਨੇ ਪੈ ਰਹੇ ਨੇ, ਉਪਰਾਲੇ ਕਰਨੇ ਪੈ ਰਹੇ ਨੇ। ਇਹ ਨੌਬਤ ਜਿਹੜੀ ਆ ਇਹ ਇਦਾਂ ਦੀ ਕਿਉਂ ਆ ਗਈ ਹੈ ਔਰ ਕੀ ਲੱਗਦਾ ਤੁਹਾਨੂੰ ਕਿ ਜੇ ਇਦਾਂ ਹੀ ਚੱਲਦਾ ਰਹੇਗਾ ਤੇ ਪੰਜਾਬੀ ਬੋਲੀ ਦਾ ਕੀ ਫਿਊਚਰ ਹੈ ਅੱਗੇ? ਪੰਜਾਬੀ ਬੋਲੀ ਦੇ ਫਿਊਚਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਫਿਊਚਰ ਚੰਗਾ ਹੈ, ਫਿਊਚਰ ਮਾੜਾ ਨਹੀਂਗਾ। ਕਿਉਂਕਿ ਜੇਕਰ ਤੁਸੀਂ ਪੋਜ਼ਿਟਿਵਲੀ ਸੋਚਦੇ ਆ ਨਾ ਜੀ ਤੇ ਫਿਰ ਸਾਨੂੰ ਸਭ ਕੁਝ ਚੰਗਾ ਹੀ ਨਜ਼ਰ ਆਊਗਾ। ਵੈਸੇ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਪੰਜਾਬੀ ਭਾਸ਼ਾ ਵਿੱਚ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਆਈ ਜਾਂਦੇ ਆ ਜਾਂ ਉਹਦੇ ਨਾਲ ਪੰਜਾਬੀ ਭਾਸ਼ਾ ਨੂੰ ਬਹੁਤ ਖਤਰਾ ਜਿਹੜਾ ਆ ਉਹ ਪੈ ਗਿਆ। ਇਹ 'ਚ ਕੋਈ ਸ਼ੱਕ ਨਹੀਂ ਬਈ ਬੜਾ ਕੁਝ ਜਿਹੜਾ ਆ ਉਹ ਮਿਕਸਰ ਜਿਹਾ ਹੋ ਗਿਆ ਆ, ਕੋਡ ਸਵਿਚਿੰਗ, ਕੋਡ ਮਿਕਸਿੰਗ ਜੀ ਜਿਹੜੀ ਆ ਉਹ ਹੋਣ ਲੱਗ ਪਈ ਆ। ਈਵਨ ਕਿ ਇਹ ਦੇਖੋ ਕਿ ਸਾਡੇ ਜਿਹੜੇ ਗੀਤ ਨੇ, ਗੀਤ ਦੇ ਵਿੱਚ ਨਾ ਇੱਕ ਗਜ਼ਲ ਦੇ ਵਿੱਚ ਜਾਂ ਗੀਤ ਦੇ ਵਿੱਚ ਤੁਕਾਂਤ ਮੇਲ ਹੁੰਦਾ ਆ, ਅਖੀਰ ਤੇ ਤੁਕ ਦਾ ਅੰਤ ਜਿਹੜਾ ਉਹ ਹੁੰਦਾ ਆ, ਤੇ ਜਿਹਨੂੰ ਅਸੀਂ ਕਾਫੀਆ ਰਦੀਫ ਦਾ ਮੇਲ ਜਿਹੜਾ ਉਹ ਹਮੇਸ਼ਾ ਕਹਿੰਦੇ ਆ ਜੀ। ਅੱਜ ਇੱਕ ਅਜਿਹੀ ਸਥਿਤੀ ਆ ਗਈ ਆ ਕਿ ਕਾਫੀਆ ਰਦੀਫ ਜਿਹੜੇ ਨੇ ਉਹ ਦੂਸਰੀਆਂ ਭਾਸ਼ਾਵਾਂ ਦੇ ਅਸੀਂ ਚੱਕ ਕੇ ਉਹਨਾਂ ਰਾਈਮ ਬਣਦੀ ਦੇਖਦੇ ਆ ਤੇ ਉਹਨੂੰ ਚੱਕ ਕੇ ਅਸੀਂ ਗੀਤ ਦੇ ਵਿੱਚ ਚੰਗੀ ਤਰ੍ਹਾਂ ਫਿੱਟ ਕਰ ਦਿੰਦੇ ਆ, ਜਿਸ ਕਰਕੇ ਜਿਹਨੂੰ ਅਸੀਂ ਉਹ ਕੋਡ ਮਿਕਸਿੰਗ ਜੀ ਜਿਹੜੀ ਹੋ ਜਾਂਦੀ ਆ, ਉਸ ਤੋਂ ਵੀ ਗਾਂ ਬੜਾ ਪਲੀਤ ਜਿਹਾ ਸਿਸਟਮ ਜਿਹਾ ਜਿਹੜਾ ਉਹ ਹੋ ਜਾਂਦਾ। ਲਿਟਰੇਚਰ ਵੀ ਜਿਹੜਾ ਉਹ ਬੜਾ ਕਰਪਟ ਜਿਹਾ ਹੋ ਗਿਆ ਲੱਗਦਾ ਆ। ਤੇ ਇਹ ਤਾਂ ਵੈਸੇ ਬਹੁਤ ਮਾੜਾ ਰੁਝਾਨ ਆ, ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਕਿਉਂਕਿ ਇਹਦਾ ਮਤਲਬ ਇਹ ਆ ਕਿ ਸਾਡੇ ਕੋਲ ਜਿਹੜੀ ਵੋਕੈਬਲਰੀ ਆ ਉਹਦੀ ਘਾਟ ਹੋਣ ਕਰਕੇ ਅਸੀਂ ਸਿਰਫ ਰਾਈਮ ਪੂਰੀ ਕਰਨ ਦੇ ਵਾਸਤੇ ਅਸੀਂ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਜਿਹੜੇ ਆ ਉਹਦੇ ਵਿੱਚ ਐਡ ਕਰ ਦਿੰਦੇ ਆ, ਜਦਕਿ ਸਾਡੀ ਆਪਣੀਆਂ ਭਾਸ਼ਾ ਦੀ ਜਿਹੜੀ ਅਮੀਰੀ ਬੜੀ ਆ, ਜਿਹੜੀ ਸਾਡੀ ਉਰਦੂ ਦੀ, ਫਾਰਸੀ ਦੀ ਸ਼ਬਦਾਵਲੀ ਆ, ਉਹ ਸਾਡੀ ਪੰਜਾਬੀ ਭਾਸ਼ਾ ਦਾ ਬਹੁਤ ਢੁਕਵਾਂ ਤੇ ਬਹੁਤ ਵਧੀਆ ਹਿੱਸਾ ਬਣੀ ਹੋਈ ਆ। ਔਰ ਜਦੋਂ ਤੁਸੀਂ ਉਹਨੂੰ ਗਜ਼ਲ ਦੇ ਵਿੱਚ ਵਰਤਦੇ ਹੋ ਤੇ ਉਹ ਗਜ਼ਲ ਦਾ ਜਿਹੜਾ ਨਿਖਾਰ ਆ ਉਹ ਬਹੁਤ ਜ਼ਿਆਦਾ ਵੱਧ ਕੇ ਸਾਹਮਣੇ ਆਉਂਦਾ ਆ, ਜਦਕਿ ਤੁਸੀਂ ਪਰ ਉਹ ਬਹੁਤ ਲੰਬਾ ਸਮਾਂ ਜਾਂ ਫਿਰ ਸਦੀਵੀ ਸਮਾਂ ਜਿਹੜਾ ਆ ਉਹ ਜਿਉਂਦਾ ਵੀ ਰਹਿੰਦਾ। ਪਰ ਜਿਹੜਾ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਸਿਰਫ ਰਾਈਮਿੰਗ ਵਾਸਤੇ ਅਸੀਂ ਵਰਤਦੇ ਆ, ਪਰ ਉਹ ਬਹੁਤਾ ਲੰਬਾ ਸਮਾਂ ਜਿਉਂਦੇ ਵੀ ਨਹੀਂ ਰਹਿੰਦੇ। ਇਸ ਕਰਕੇ ਜਦੋਂ ਫਿਊਚਰ ਦੀ ਅਸੀਂ ਗੱਲ ਕਰਦੇ ਕਿ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਆਉਣਗੇ, ਉਹ ਵਿੱਚੋਂ ਚਲੇ ਜਾਣਗੇ, ਪਰ ਪੰਜਾਬੀ ਨੇ ਆਪਣੀ ਜਿਹੜੀ ਹੋਂਦ ਆ ਉਹ ਬਣਾਈ ਹੀ ਰੱਖਣੀ ਆ, ਬਸ਼ਰਤੇ ਕਿ ਪੰਜਾਬੀ ਭਾਸ਼ਾ ਬੋਲਣ ਵਾਲੇ ਬੁਲਾਰੇ ਜਿਹੜੇ ਨੇ ਉਹ ਨਾ ਘਟਣ। ਪਰ ਉਹ ਬੜੀ ਚਿੰਤਾ ਦਾ ਇੱਕ ਵਿਸ਼ਾ ਦਾ ਜ਼ਰੂਰ ਹੈ ਕਿ ਪੰਜਾਬੀ ਭਾਸ਼ਾ ਬੋਲਣ ਵਾਲੇ ਬੁਲਾਰਿਆਂ ਦੀ ਜਿਹੜੀ ਗਿਣਤੀ ਕਾਫੀ ਘਟਦੀ ਜਾ ਰਹੀ ਹੈ। ਉਹਦਾ ਕਾਰਨ ਜਿਹੜਾ ਉਹ ਗਲੋਬਲਾਈਜੇਸ਼ਨ ਵੀ ਹੈ, ਪੰਜਾਬੀਆਂ ਦਾ ਵਿਦੇਸ਼ਾਂ ਦੇ ਵੱਲ ਰੁਝਾਨ ਆ, ਦੂਸਰਾ ਸਰਕਾਰੀ ਸਕੂਲਾਂ ਦੇ ਉੱਤੇ ਵਿਸ਼ਵਾਸ ਦੀ ਘਾਟ ਹੋਣਾ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ, ਕਨਵੈਂਟ ਸਕੂਲਾਂ ਦੇ ਵਿੱਚ ਜਾਂ ਫਿਰ ਦੂਸਰੇ ਪਬਲਿਕ ਸਕੂਲਾਂ ਦੇ ਵਿੱਚ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ ਦਾਖਲ ਕਰਵਾ ਕੇ ਅਸੀਂ ਬਹੁਤ ਵਧੀਆ ਸੁਸਾਇਟੀ ਦਾ ਨਿਰਮਾਣ ਕਰਨ ਵੱਲ ਵਧਣਾ ਚਾਹੁੰਦੇ ਆ। ਪਰ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਰੁਝਾਨ ਨਹੀਂ ਹੈਗਾ। ਮੈਂ ਵੀ ਉਹਦੇ ਵਿੱਚ ਸ਼ਾਮਲ ਹਾਂ, ਤੁਸੀਂ ਵੀ ਸ਼ਾਇਦ ਉਹਦਾ ਹਿੱਸਾ ਹੋਵੋ, ਪਰ ਇੱਕ ਭੇਡ ਚਾਲ ਜਿਹੜੀ ਚੱਲੀ ਹੋਈ ਆ ਕਿ ਅਸੀਂ ਬਹੁਤ ਸੱਭਿਆ ਬਣ ਕੇ ਦਿਖਾਉਣਾ ਚਾਹੁੰਦੇ ਆ, ਪਰ ਸੱਭਿਆ ਬਣ ਕੇ ਦਿਖਾਉਂਦੇ ਆਪਣੀ ਸੱਭਿਅਤਾ ਤੇ ਆਪਣਾ ਸੱਭਿਆਚਾਰ ਜਿਹੜਾ ਆ ਉਹਨੂੰ ਅਸੀਂ ਕਿਤੇ ਨਾ ਕਿਤੇ ਠੋਕਰ ਮਾਰ ਕੇ ਪਿੱਛੇ ਜ਼ਰੂਰ ਸੁੱਟ ਰਹੇ ਆ। ਸਾਨੂੰ ਇਹਦੇ ਵੱਲ ਸੋਚਣਾ ਚਾਹੀਦਾ। ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬੀ ਨੂੰ ਬੋਲਣ ਵਾਲੇ ਜਿਹੜੇ ਬੁਲਾਰੇ ਨੇ ਜਾਂ ਪੰਜਾਬੀ ਨੂੰ ਸੰਭਾਲਣ ਵਾਲੇ ਲੋਕ ਨੇ ਉਹਨਾਂ ਦੀ ਗਿਣਤੀ ਨਹੀਂ ਘਟਣੀ ਚਾਹੀਦੀ, ਬਾਕੀ ਪੰਜਾਬੀ ਜਿਹੜੀ ਆ ਉਹ ਬਿਲਕੁਲ ਸੇਫ ਆ। ਪਰ ਜੇ ਇੱਥੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਕੁਝ ਲੋਕ ਜਿਹੜੇ ਨੇ ਪੰਜਾਬੀਅਤ ਦੀ ਸੇਵਾ ਦੇ ਨਾਲ ਲੱਗੇ ਹੋਏ ਸੀ, ਪੰਜਾਬੀਅਤ ਦੀ ਸੇਵਾ ਵਿੱਚ ਜੁੜੇ ਹੋਏ ਸੀ ਕਾਫੀ ਸਮੇਂ ਤੋਂ, ਤੇ ਜਦੋਂ ਮੌਕਾ ਆਇਆ ਤੇ ਲੋਕਾਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ। ਤੇ ਮੈਂ ਇੱਥੇ ਜ਼ਿਕਰ ਕਰੂੰਗੀ ਗੁਰਦਾਸ ਮਾਨ ਸਾਹਿਬ ਦਾ, ਕਿਉਂਕਿ ਪਿਛਲੇ ਦਿਨੀ ਅਸੀਂ ਬਹੁਤ ਕੁਝ ਉਹਨਾਂ ਦੇ ਨਾਲ ਵਾਪਰਿਆ ਹੋਇਆ ਦੇਖਿਆ ਆ ਕਿ ਇੰਨੇ ਟਾਈਮ ਤੋਂ ਸੇਵਾ ਨਿਭਾ ਰਹੇ ਸੀ ਉਹ ਪੰਜਾਬੀ ਨੂੰ ਲੈ ਕੇ, ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਪਰ ਇੱਕ ਗਲਤੀ ਜਿਹੜੀ ਆ, ਅਸੀਂ ਗਲਤੀ ਵੀ ਸ਼ਾਇਦ ਕਹੀਏ ਜਾਂ ਨਾ ਕਹੀਏ ਵੀ ਸਮਝ ਨਹੀਂ ਆ ਰਿਹਾ ਸਾਨੂੰ, ਤੇ ਸਿਰਫ ਇੱਕ ਉਸ ਗੱਲ ਨੂੰ ਲੈ ਕੇ ਅਸੀਂ ਉਹਨਾਂ ਨੂੰ ਪਿੱਛੇ ਛੱਡ ਦਿੱਤਾ ਤੇ ਅਸੀਂ ਆਪਣੀ ਹੀ ਇੱਕ ਨਿਊਜ਼ ਕ੍ਰੀਏਟ ਕਰ ਲਈ ਕਿ ਉਹਨਾਂ ਨੇ ਇਹ ਜਿਹੜਾ ਮਾੜਾ ਸ਼ਬਦ ਪੰਜਾਬੀ ਬੋਲੀ ਲਈ ਵਰਤਿਆ। ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ? ਪੂਜਾ ਜੀ, ਗੱਲ ਇਸ ਤਰ੍ਹਾਂ ਆ ਕਿ ਗੁਰਦਾਸ ਮਾਨ ਇੱਕ ਅਜਿਹੀ ਸ਼ਖਸੀਅਤ ਆ ਜਿਹਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਆ। ਮੈਨੂੰ ਲੱਗਦਾ ਸ਼ਾਇਦ ਕਿਸੇ ਲੇਖਕ ਨੇ ਜਾਂ ਫਿਰ ਕਿਸੇ ਕਲਾਕਾਰ ਨੇ ਇੰਨੀ ਸੇਵਾ ਜਿਹੜੀ ਆ ਉਹ ਕੀਤੀ ਹੋਵੇ। ਪਰ ਦੂਸਰੀ ਗੱਲ ਇਹ ਹੈ ਕਿ ਕਈ ਵਾਰੀ ਕੋਈ ਗੱਲਾਂ ਬਾਤਾਂ ਵਿੱਚੋਂ ਕੋਈ ਇੰਟਰਵਿਊ ਚੱਲਦੀ ਆ ਜਾਂ ਕੋਈ ਗੱਲਬਾਤ ਚੱਲਦੀ, ਕਈ ਵਾਰੀ ਕੋਈ ਗੱਲ ਇੱਦਾਂ ਦੀ ਕਹਿ ਜਾਂਦੀ ਕਹਿ ਹੋ ਜਾਂਦੀ ਆ ਜਿਹਦੇ ਬਾਰੇ ਆਪਣੀ ਕਈ ਵਾਰੀ ਸਮਝ ਨਹੀਂ ਹੁੰਦੀ ਜਾਂ ਫਿਰ ਸਾਡੀ ਉਸ ਵਿਸ਼ੇ ਉੱਪਰ ਪਕੜ ਨਹੀਂ ਹੁੰਦੀ। ਹੋ ਸਕਦਾ ਗੁਰਦਾਸ ਮਾਨ ਹੋਣਾ ਦਾ ਜਿਹੜਾ ਕੋਈ ਬਿਆਨ ਪੰਜਾਬੀ ਭਾਸ਼ਾ ਦੇ ਬਾਰੇ
ਜਿਹਨੂੰ ਕਿ ਬਾਅਦ ਵਿੱਚ ਇਹ ਕਿਹਾ ਗਿਆ ਕਿ ਪੰਜਾਬੀ ਭਾਸ਼ਾ ਦੇ ਖਿਲਾਫ ਬਿਆਨ ਦਿੱਤਾ ਗਿਆ, ਕਿਹਾ ਗਿਆ ਹੋਵੇ ਕਿ ਉਹਨਾਂ ਨੂੰ ਸਮਝ ਨਾ ਹੋਵੇ ਉਸ ਚੀਜ਼ ਦੀ, ਉਹਨਾਂ ਨੇ ਕਹਿ ਦਿੱਤਾ ਹੋਵੇ, ਤੇ ਹੋ ਸਕਦਾ ਕਿ ਭੁਲੇਖੇ ਦੇ ਵਿੱਚ ਜਾਂ ਭਰਮ ਦੇ ਵਿੱਚ ਕੋਈ ਗੱਲ ਕਹੀ ਜਾ ਸਕਦੀ ਹੋਵੇ। ਇਸ ਕਰਕੇ ਕਈ ਵਾਰ ਇਦਾਂ ਦੀਆਂ ਸਥਿਤੀਆਂ ਬਣ ਜਾਂਦੀਆਂ ਨੇ। ਤੇ ਪਰ ਜੇ ਗੁਰਦਾਸ ਮਾਨ ਹੋਣਾ ਦਾ ਉਹ ਬਿਆਨ ਇੱਕ ਪਾਸੇ ਰੱਖ ਦਈਏ ਤੇ ਪੰਜਾਬੀ ਭਾਸ਼ਾ ਦੇ ਪ੍ਰਤੀ, ਪੰਜਾਬੀ ਸੱਭਿਆਚਾਰ ਦੇ ਪ੍ਰਤੀ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਨੇ, ਉਹਨਾਂ ਦੇ ਉੱਤੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਸ਼ੱਕ ਕੀਤਾ ਜਾ ਸਕਦਾ। ਜੀ। ਇਸ ਕਰਕੇ ਮੈਨੂੰ ਲੱਗਦਾ, ਕਿਉਂਕਿ ਕਲਾਕਾਰ ਜਿਹੜੇ ਹੁੰਦੇ ਨੇ ਨਾ, ਉਹ ਬੜੇ ਸੰਵੇਦਨਸ਼ੀਲ ਹੁੰਦੇ ਆ। ਕੋਈ ਨਿੱਕੀ ਜੀ ਗੱਲ ਵੀ ਹੋ ਜਾਵੇ ਉਹ ਬੜੀ ਛੇਤੀ ਦਿਲ ਤੇ ਲਾ ਲੈਂਦੇ ਆ, ਤੇ ਬਾਅਦ ਵਿੱਚ ਬੜਾ ਲੰਬਾ ਸਮਾਂ ਕਈ ਵਾਰੀ ਸਦਮਾ ਦੇ ਵਿੱਚੋਂ ਨਿਕਲ ਵੀ ਨਹੀਂ ਪਾਉਂਦੇ। ਤੇ ਲੇਖਕ ਹੋਵੇ ਚਾਹੇ ਗਾਇਕ ਹੋਵੇ, ਉਹ ਆਰਟਿਸਟ ਹੀ ਹੁੰਦਾ ਤੇ ਉਹ ਇੰਨਾ ਸੰਵੇਦਨਸ਼ੀਲ ਹੁੰਦਾ। ਤੇ ਮੈਨੂੰ ਲੱਗਦਾ ਕਿ ਮਾਨ ਸਾਹਿਬ ਵੀ ਇੰਨੇ ਸੰਵੇਦਨਸ਼ੀਲ ਨੇ, ਤੇ ਕੁਝ ਘਟਨਾਵਾਂ ਕੁਝ ਇਸ ਤਰ੍ਹਾਂ ਦੀਆਂ ਵਾਪਰੀਆਂ ਤੇ ਬਾਅਦ ਵਿੱਚ ਉਹ ਸ਼ਾਇਦ ਉਸੇ ਹੀ ਸਦਮੇ ਦੇ ਵਿੱਚ ਮੁੜ ਕੇ ਪੰਜਾਬੀਆਂ ਨੂੰ ਫੇਸ ਕਰਨ ਦੀ ਹਿੰਮਤ ਹੀ ਨਹੀਂ ਜੁਟਾ ਰਹੇ ਕਿ ਮੈਂ ਪਬਲਿਕ ਦੇ ਵਿੱਚ ਕੋਈ ਨਵਾਂ ਟਰੈਕ, ਕੋਈ ਨਵਾਂ ਗੀਤ ਜਿਹੜਾ ਉਹ ਲੈ ਕੇ ਆਵਾਂ। ਪਰ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਥੋੜਾ ਜਿਹਾ ਹੌਸਲਾ ਕਰਕੇ, ਹਿੰਮਤ ਕਰਕੇ ਫਿਰ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਲੋਕ ਪੰਜਾਬੀ ਬੜੇ ਖੁੱਲੇ ਦਿਲ ਵਾਲੇ ਨੇ, ਔਰ ਮੈਨੂੰ ਆਸ ਵੀ ਆ ਕਿ ਪੰਜਾਬੀ ਇਸ ਚੀਜ਼ ਨੂੰ ਬਹੁਤ ਖੁੱਲੇ ਦਿਲ ਦੇ ਨਾਲ ਲੈਣਗੇ। ਔਰ ਮਾਨ ਸਾਹਿਬ ਨੂੰ ਕਿਉਂਕਿ ਇੰਨੀ ਸੇਵਾ ਕੀਤੀ ਆ, ਉਹਨਾਂ ਨੇ ਜ਼ਿੰਦਗੀ ਭਰ ਸੇਵਾ ਕੀਤੀ ਆ। ਤੁਸੀਂ ਬਹੁਤ, ਜੇਕਰ ਉਹਨਾਂ ਦੇ ਗੀਤਾਂ ਨੂੰ ਧਿਆਨ ਨਾਲ ਸੁਣੋ, ਉਹਦਾ ਲਿਟਰੇਚਰ ਬਹੁਤ ਖੂਬਸੂਰਤ ਹੁੰਦਾ, ਉਹਦੀ ਗਾਇਨ ਬਹੁਤ ਖੂਬਸੂਰਤ ਹੁੰਦਾ। ਪਰ ਜੇਕਰ ਇੱਕ ਕੋਈ ਗਲਤੀ ਹੋ ਗਈ, ਪੰਜਾਬੀ ਬਹੁਤ ਵੱਡੇ ਦਿਲ ਵਾਲੇ, ਮੈਨੂੰ ਲੱਗਦਾ ਮਾਫ ਕਰ ਦੇਣੀ ਚਾਹੀਦੀ ਹੈ। ਜੀ ਤੁਸੀਂ ਸਰ, ਮੈਂ ਤੁਹਾਨੂੰ ਥੋੜਾ ਜਿਹਾ ਰੋਕਣਾ ਚਾਹੂੰਗਾ ਕਿ ਪੰਜਾਬੀ ਬਹੁਤ ਵੱਡੇ ਦਿਲ ਵਾਲੇ ਹੁੰਦੇ ਨੇ, ਪਰ ਉਹ ਆਪਣੇ ਫਲੈਟ ਚੋਂ ਨਿਕਲ ਕੇ ਕਿਸਾਨੀ ਸੰਘਰਸ਼ ਵਿੱਚ ਵੀ ਗਏ। ਕਹਿੰਦੇ ਕਿ ਮੈਂ ਸਿੱਧਾ ਇੱਥੇ ਆਇਆ, ਮੈਂ ਆਪਣੇ ਸਾਈਂ ਤੇ ਵੀ ਜਾ ਸਕਦਾ ਸੀ, ਪਰ ਮੈਂ ਸਿੱਧਾ ਇੱਥੇ ਆਇਆ, ਇੱਥੇ ਆ ਕੇ ਨਸਮਸਤਕ ਹੋਇਆ ਮੈਂ। ਪਰ ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ ਕਿ ਤੁਹਾਨੂੰ ਸਟੇਜ ਤੇ ਚੜ੍ਹਨ ਨਹੀਂ ਦਿੱਤਾ ਜਾਏਗਾ। ਦੇਖੋ, ਦੁਨੀਆ ਦੇ ਵਿੱਚ ਬੜੇ ਤਰ੍ਹਾਂ ਦੇ ਲੋਕ ਨੇ, ਕੁਝ ਨੈਗੇਟਿਵ ਨੇ, ਕੁਝ ਪੋਜ਼ਿਟਿਵ ਨੇ। ਕੁਝ ਲੋਕਾਂ ਨੇ ਜੇ ਵਿਰੋਧ ਕੀਤਾ, ਔਰ ਮਾਨ ਸਾਹਿਬ ਉਹਨਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਦੀ ਇਹ ਸੋਚ ਸੀ ਕਿ ਉੱਥੇ ਬਿਨਾਂ ਕੋਈ ਬਵਾਲ ਖੜਾ ਕੀਤਿਆਂ ਉੱਥੋਂ ਹੱਥ ਜੋੜ ਕੇ, ਕਿਉਂਕਿ ਪੰਜਾਬੀਆਂ ਨੂੰ ਵੀ ਉਹ ਬਹੁਤ ਪਿਆਰ ਕਰਦੇ ਨੇ, ਪੰਜਾਬੀ ਨੂੰ ਬਹੁਤ ਪਿਆਰ ਕਰਦੇ ਨੇ, ਤੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਨੇ, ਜਿੰਨਾ ਕਿ ਮੈਂ ਉਹਨਾਂ ਨੂੰ ਐਨਾਲਿਸਿਸ ਕਰਕੇ ਸਮਝਿਆ। ਇਸ ਕਰਕੇ ਕੁਝ ਲੋਕਾਂ, ਉਦੋਂ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਸੀਗੇ, ਕਿਉਂਕਿ ਕੋਈ ਮੌਕਾ ਇਸ ਤਰ੍ਹਾਂ ਦਾ ਬਣ ਜਾਂਦਾ ਹੁੰਦਾ। ਜਿਵੇਂ ਮਾਨ ਸਾਹਿਬ ਨੇ ਜਦੋਂ ਬਿਆਨ ਦਿੱਤਾ, ਉਦੋਂ ਕੁਝ ਹਾਲਾਤ ਕੁਝ ਇਸ ਤਰ੍ਹਾਂ ਦੇ ਸੀਗੇ, ਤੇ ਉਹ ਜ਼ਿਆਦਾ ਹਾਈਲਾਈਟ ਗੱਲ ਹੋਈ ਤੇ ਲੋਕਾਂ ਨੂੰ ਪਿੰਚ ਵੀ ਕੀਤੀ, ਬਹੁਤ ਜ਼ਿਆਦਾ ਚੁੱਭ ਵੀ ਗਈ ਉਹ ਗੱਲ। ਤੇ ਕਈ ਵਾਰੀ ਕੁਝ ਪਰਿਸਥਿਤੀਆਂ ਹੁੰਦੀਆਂ ਨੇ, ਕਈ ਵਾਰੀ ਉਹ ਤੁਹਾਡੀ ਫੇਵਰ 'ਚ ਹੁੰਦੇ ਨੇ, ਤੁਹਾਨੂੰ ਸਟਾਰ ਬਣਾ ਦਿੰਦੀਆਂ ਨੇ, ਤੇ ਕਈ ਵਾਰੀ ਜਦੋਂ ਤੁਹਾਡੇ ਫੇਵਰ 'ਚ ਨਾ ਹੋਣ, ਵਿਰੋਧ ਵਿੱਚ ਹੋਣ, ਤਾਂ ਫਿਰ ਉਹ ਕਿਤੇ ਨਾ ਕਿਤੇ ਜਿਹੜੀਆਂ ਉਹ ਸਾਨੂੰ ਬੈਕਫੁੱਟ ਤੇ ਵੀ ਲੈ ਆਉਂਦੀਆਂ। ਔਰ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਵੀ ਹੌਸਲਾ ਕਰਨਾ ਚਾਹੀਦਾ, ਹਿੰਮਤ ਕਰਕੇ ਅੱਗੇ ਆਉਣਾ ਚਾਹੀਦਾ, ਤੇ ਪੰਜਾਬੀਆਂ ਨੂੰ ਵੀ ਚਾਹੀਦਾ ਕਿ ਵੱਡਾ ਦਿਲ ਦਿਖਾਉਂਦੇ ਹੋਏ ਉਹਨਾਂ ਨੂੰ ਪ੍ਰਵਾਨ ਕਰਕੇ ਤੇ ਫਿਰ ਇਸ ਪੰਜਾਬੀ ਭਾਸ਼ਾ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਨ ਦੇ ਵਾਸਤੇ ਜਿਹੜਾ ਆ ਉਹ ਮੋਟੀਵੇਟ ਕਰਨਾ ਚਾਹੀਦਾ। ਚਲੋ, ਇਹ ਤਾਂ ਅੱਜ ਗੱਲਾਂ ਹੋ ਗਈਆਂ ਪੰਜਾਬੀ ਦੀਆਂ ਤੇ ਲਿਟਰੇਚਰ ਦੀਆਂ। ਜੀ, ਹੁਣ ਗੱਲਾਂ ਕਰਦੇ ਤੁਹਾਡੇ ਕੈਰੀਅਰ ਦੀਆਂ, ਤੁਹਾਡੇ ਬਚਪਨ ਦੀਆਂ। ਜੀ, ਬਚਪਨ ਦੇ ਵਿੱਚ ਤੁਸੀਂ ਕਿਵੇਂ ਦੇ ਸਟੂਡੈਂਟ ਸੀਗੇ? ਸਟੂਡੈਂਟ ਤਾਂ ਦੇਖੋ ਜੀ, ਸਟੂਡੈਂਟ ਹੀ ਹੁੰਦਾ ਆ, ਤੇ ਬਹੁਤ ਇੰਨਾ ਨਹੀਂ ਮੈਂ ਕਹਿ ਸਕਦਾ, ਮੈਂ ਬਹੁਤ ਹੁਸ਼ਿਆਰ ਹੁੰਦਾ ਸੀਗਾ ਜੀ। ਔਰ ਮੈਨੂੰ ਇਹ ਲੱਗਦਾ ਹੁਸ਼ਿਆਰ ਹੋਣ ਦੀ ਕੀ ਡੈਫੀਨੇਸ਼ਨ ਹੈ ਉਹ ਸ਼ਾਇਦ ਮੈਨੂੰ ਨਹੀਂ ਪਤਾ ਕਿ ਹੁਸ਼ਿਆਰ ਹੋਣ ਦਾ ਕੀ ਮਤਲਬ ਹੁੰਦਾ, ਕਿ ਬਹੁਤ ਜ਼ਿਆਦਾ ਨੰਬਰ ਲੈਣੇ ਹੁਸ਼ਿਆਰ ਹੋਣ ਦਾ ਪੈਰਾਮੀਟਰ ਆ, ਜਾਂ ਫਿਰ ਤੁਸੀਂ ਕਿਸੇ ਗੱਲ ਨੂੰ ਸਮਝ ਲੈਂਦੇ ਆ ਚੰਗੀ ਤਰ੍ਹਾਂ, ਉਹ ਹੁਸ਼ਿਆਰ ਹੋਣ ਦਾ ਪੈਰਾਮੀਟਰ ਹੈਗਾ, ਜਾਂ ਫਿਰ ਤੁਸੀਂ ਆਪਣੀ ਗੱਲ ਵਧੀਆ ਤਰੀਕੇ ਨਾਲ ਪੇਸ਼ ਕਰ ਲੈਂਦੇ ਆ, ਉਹ ਹੁਸ਼ਿਆਰ ਹੋਣ ਦਾ ਪੈਰਾਮੀਟਰ ਹੈਗਾ। ਦੇਖੋ, ਬੜੇ ਪੈਰਾਮੀਟਰ ਹੁੰਦੇ ਨੇ ਤੁਹਾਡੇ ਹੁਸ਼ਿਆਰ ਹੋਣ ਦੇ। ਹੁਸ਼ਿਆਰ ਇਹ ਵੀ ਕਹਿੰਦੇ ਕਿ ਹੁਸ਼ਿਆਰ ਬੜਾ ਚਲਾਕ ਬਹੁਤ ਆ। ਹਾਂ, ਇਹ ਬੜਾ ਹੁਸ਼ਿਆਰ ਹੈ। ਦੇਖੋ, ਬੇਸਿਕਲੀ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਪੜ੍ਹਾਈ ਦਾ ਮੇਨ ਮਕਸਦ ਹੀ ਇਹ ਹੁੰਦਾ ਕਿ ਬੰਦਾ ਚੁਸਤ ਹੋਵੇ, ਆਪਣਾ ਚੰਗਾ ਮਾੜਾ ਸਮਝਦਾ ਹੋਇਆ ਸਮਾਜ ਦੀ ਸੇਵਾ ਕਰਦਾ ਹੋਵੇ, ਤੇ ਸਮਾਜ ਦੇ ਵਿੱਚ ਦੂਸਰੇ ਲੋਕਾਂ ਨੂੰ ਵੀ ਵਿਚਰਨ ਦਾ ਮੌਕਾ ਦੇਵੇ, ਤੇ ਆਪਣੇ ਆਪ ਨੂੰ ਵੀ ਚੰਗੀ ਤਰ੍ਹਾਂ ਜਿਹੜਾ ਉਹ ਪੇਸ਼ ਕਰ ਸਕਦਾ ਹੋਵੇ, ਤੇ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੋਵੇ, ਸਾਹਮਣੇ ਵਾਲੇ ਨੂੰ ਸਮਝ ਸਕਦਾ ਹੋਵੇ, ਤੇ ਆਪਣੀ ਗੱਲ ਸਮਝਾ ਸਕਦਾ ਹੋਵੇ। ਤੇ ਹੁਸ਼ਿਆਰ ਹੋਣ ਦਾ ਮਤਲਬ ਤਾਂ ਇਹੀ। ਬਾਕੀ ਨੰਬਰ, ਜੇ ਜਿੱਥੋਂ ਤੱਕ ਗੱਲ ਆ, ਨੰਬਰ ਤਾਂ ਮੇਰੇ ਬਹੁਤ ਨਹੀਂ ਸੀ ਆਉਂਦੇ ਹੁੰਦੇ, ਤੇ ਜੇ ਮੇਰੇ ਬਹੁਤ ਨੰਬਰ ਆਉਂਦੇ ਤਾਂ ਸ਼ਾਇਦ ਮੈਂ ਫਿਰ ਸਾਇੰਸ ਪੜ੍ਹਦਾ, ਜਾਂ ਮੈਂ ਫਿਰ ਅੰਗਰੇਜ਼ੀ ਜ਼ਿਆਦਾ ਪੜ੍ਹਦਾ, ਕਿਉਂਕਿ ਆਪਣਾ ਪਿੰਡਾਂ ਵਾਲਿਆਂ ਦਾ ਅੰਗਰੇਜ਼ੀ ਦਾ ਹੱਥ ਥੋੜਾ ਤੰਗ ਹੀ ਹੁੰਦਾ ਹੈ, ਤੇ ਮੇਰਾ ਵੀ ਤੰਗ ਹੀ ਰਿਹਾ। ਇਸੇ ਕਰਕੇ ਸ਼ਾਇਦ ਪੰਜਾਬੀ 'ਚ ਮੈਂ ਬਹੁਤ ਕੰਫਰਟੇਬਲ ਫੀਲ ਕੀਤਾ ਆਪਣੇ ਆਪ ਨੂੰ, ਤੇ ਉਹਨੂੰ ਰੁਜ਼ਗਾਰ ਦਾ ਸਾਧਨ ਬਣਾ ਲਿਆ। ਤੇ ਫਿਰ ਮਤਲਬ ਤਾਂ ਇਹ ਹੈ ਕਿ ਤੁਸੀਂ ਕਮਿਟਮੈਂਟ ਕਰਨੀ ਆ, ਕਿਸੇ ਨਾਲ ਨਹੀਂ, ਆਪਣੇ ਖੁਦ ਨਾਲ ਕਰਨੀ, ਕਿ ਤੁਸੀਂ ਕਿੱਥੇ ਸਟੈਂਡ ਕਰਦੇ ਤੇ ਤੁਸੀਂ ਕੀ ਕਰਨਾ ਤੇ ਕਿੱਥੇ ਪਹੁੰਚਣਾ। ਜਵਾਬ ਤੁਸੀਂ ਖੁਦ ਨੂੰ ਦੇਣਾ ਆ,
ਕਿਸੇ ਨਾਲ ਝੂਠ ਬੋਲ ਲਓਗੇ ਪਰ ਆਪਣੇ ਆਪ ਨਾਲ ਤੁਸੀਂ ਝੂਠ ਨਹੀਂ ਬੋਲ ਸਕਦੇ। ਕੀ ਬਾਤ ਹੈ, ਬਹੁਤ ਸੋਹਣੀ ਗੱਲ ਆਖੀ ਹੈ ਤੁਸੀਂ। ਔਰ ਇਹ ਬੰਦਾ ਜਿੰਨੀ ਜਲਦੀ ਸਮਝ ਆਵੇ ਉਨੀ ਜਲਦੀ ਚੰਗਾ ਹੈ। ਮੇਰੇ ਵੱਲ ਤੀਰ ਕਤ ਹੋ ਜਾਂਦਾ ਹਰ ਵਾਰ। ਮੈਂ ਵੀ ਸਰ ਸੋਚ ਰਿਹਾ ਸੀ ਕਿ ਸ਼ੁਕਰ ਹੈ ਅੱਜ ਮੇਰੇ ਬਾਰੇ ਕੋਈ ਗੱਲ ਨਹੀਂ ਹੋਈ, ਪਰ ਚਲੋ ਦੇਖੋ ਮੈਂ ਕੋਈ ਗੱਲ ਕੀਤੀ ਨਹੀਂ, ਪਰ ਆਪਣੇ ਆਪ ਤੇ ਬੰਦੇ ਨੇ ਗੱਲ ਲੈ ਲਈ ਹੈ ਨਾ। ਤੇ ਸਰ ਸਮਾਂ ਇੱਥੇ ਪੂਜਾ ਜੀ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ ਤੇ ਸਾਡੇ ਅੱਜ ਦੇ ਮਹਿਮਾਨ ਨੇ ਡਾਕਟਰ ਸੁਰਿੰਦਰਪਾਲ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਹੁਣ ਅਸੀਂ ਗੱਲਾਂ ਬਾਤਾਂ ਜਿਹੜੀਆਂ ਉਹ ਅੱਗੇ ਵਧਾਉਂਦੇ ਆ। ਤੇ ਹੁਣ ਗੱਲ ਕਰ ਰਹੇ ਸੀ ਤੁਹਾਡੀ ਲਾਈਫ ਦੇ ਬਾਰੇ ਕਿ ਬਚਪਨ ਦੇ ਵਿੱਚ ਕਿਵੇਂ ਦਾ ਮਾਹੌਲ ਸੀ। ਹੁਣ ਇੱਥੇ ਮੈਂ ਗੱਲ ਕਰਨਾ ਚਾਹੂੰਗੀ ਕਿ ਪੰਜਾਬੀ, ਜਿਵੇਂ ਤੁਸੀਂ ਦੱਸਿਆ ਕਿ ਪਿੰਡ ਦੇ ਪਿੱਛੋਂ ਤੁਸੀਂ ਬਿਲੋਂਗ ਕਰਦੇ ਹੋ ਨਾ, ਪਿੰਡ ਦੇ ਮਾਹੌਲ ਦੇ ਵਿੱਚ ਤੁਸੀਂ ਪਲੇ ਹੋ, ਤੇ ਘਰ ਦੇ ਵਿੱਚ ਵੀ ਮਤਲਬ ਸ਼ੁਰੂ ਤੋਂ ਲੈ ਕੇ ਪੰਜਾਬੀ ਨੂੰ ਹੀ ਪਹਿਲ ਦਿੱਤੀ ਗਈ ਹੈ ਜਾਂ ਮਤਲਬ ਘਰ ਦੇ ਵਿੱਚ ਕੁਝ ਹੋਰ ਮਾਹੌਲ ਸੀਗਾ? ਦੇਖੋ, ਪਿੰਡਾਂ ਦੀ ਜਿਹੜੀ ਜ਼ਿੰਦਗੀ ਆ ਉਹ ਤਾਂ ਤੁਸੀਂ ਜਾਣਦੇ ਹੋ ਕਿ ਪੰਜਾਬੀ ਤੋਂ ਬਾਹਰ ਤਾਂ ਕੁਝ ਵੀ ਨਹੀਂਗਾ ਜੀ। ਔਰ ਜੇ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ, ਆਪਣੇ ਆਲੇ ਦੁਆਲੇ ਦੀ ਗੱਲ ਕਰਾਂ, ਕਿ ਹੋਰ ਭਾਸ਼ਾ ਤਾਂ ਹਿੰਦੀ ਵੀ ਨਹੀਂ ਕੋਈ ਬੋਲਦਾ, ਨਾ ਉਦੋਂ ਕੋਈ ਬੋਲਦਾ ਸੀ ਨਾ ਹੁਣ ਬੋਲਦਾ, ਨਾ ਕੋਈ ਅੰਗਰੇਜ਼ੀ ਉਦੋਂ ਬੋਲਦਾ ਸੀ ਨਾ ਸਮਝਦਾ ਸੀ, ਤੇ ਨਾ ਕੋਈ ਹੁਣ ਇੰਨਾ ਬੋਲਦਾ। ਹਾਂ, ਥੋੜੇ ਬੱਚੇ ਹੁਣ ਪੜ੍ਹ ਗਏ ਨੇ, ਥੋੜਾ ਬਹੁਤਾ ਅੰਗਰੇਜ਼ੀ ਕਿਤੇ ਕਿਤੇ ਸ਼ਬਦ ਵਰਤ ਲੈਂਦੇ, ਕਿਉਂਕਿ ਇਹ ਟ੍ਰੈਂਡ ਹੀ ਇਸ ਤਰ੍ਹਾਂ ਦਾ ਚੱਲ ਪਿਆ। ਹੁਣ ਮੇਰੀ ਗੱਲਬਾਤ ਵਿੱਚ ਵੀ, ਹਾਲਾਂਕਿ ਮੈਂ ਅਧਿਆਪਕ ਜਾਂ ਵਿਦਿਆਰਥੀ ਪੰਜਾਬੀ ਦਾ, ਪਰ ਗੱਲਬਾਤ ਦੇ ਦੌਰਾਨ ਬਹੁਤੇ ਸ਼ਬਦ ਜਿਹੜੇ ਨੇ ਦੂਸਰੀਆਂ ਭਾਸ਼ਾਵਾਂ ਦੇ ਅਸੀਂ ਆਮ ਬੋਲ ਚਾਲ ਦੇ ਵਿੱਚ ਲੈ ਲੈਂਦੇ ਹਾਂ, ਤੇ ਮੇਰੀ ਭਾਸ਼ਾ ਵਿੱਚ ਵੀ ਬਹੁਤ ਸਾਰੇ ਸ਼ਬਦ ਜਿਹੜੇ ਆ ਉਹ ਇਦਾਂ ਦੇ ਆਏ ਹੋਣਗੇ। ਤੇ ਘਰ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਕਿ ਘਰ ਦੇ ਵਿੱਚ ਤਾਂ ਸਾਰੇ ਪੰਜਾਬੀ ਹੀ ਬੋਲਦੇ ਹਾਂ ਅਸੀਂ, ਔਰ ਪੜ੍ਹੇ ਲਿਖੇ ਹੋਣ ਦੀ ਗੱਲ ਕਰਦੇ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੇ ਤੋਂ ਪਹਿਲਾਂ ਕੋਈ ਨਹੀਂ ਸੀ ਪੜ੍ਹਿਆ। 10ਵੀਂ ਮੇਰੀ ਭੈਣ ਨੇ ਕੀਤੀ ਸੀਗੀ, ਤੇ ਮੇਰੇ ਭਰਾ ਨੇ ਵੱਡੇ ਨੇ 10ਵੀਂ ਪਾਸ ਵੀ ਨਹੀਂ ਕੀਤੀ ਸੀਗੀ, ਤੇ ਇਸ ਕਰਕੇ ਕੋਈ ਨਹੀਂ ਸੀ ਪੜ੍ਹਿਆ। ਔਰ ਜਦੋਂ ਮੈਂ ਐਮਏ ਪੰਜਾਬੀ ਕੀਤੀ ਤੇ 2001 ਦੇ ਵਿੱਚ, ਤੇ ਉਦੋਂ ਮੇਰੇ ਪਿੰਡ ਦੇ ਵਿੱਚ ਸਿਰਫ ਇੱਕ ਪਰਸਨ ਨੂੰ ਛੱਡ ਕੇ ਕੋਈ ਐਮਏ ਵੀ ਨਹੀਂ ਸੀ ਪੜ੍ਹਿਆ। ਇੱਕ ਪਰਸਨ ਦੀ ਮੈਂ ਗੱਲ ਕਰਦਾ, ਆਪਣੇ ਤਾਇਆ ਜੀ ਦਾ ਬੇਟਾ ਡਾਕਟਰ ਦਵਿੰਦਰ ਮਾਂਡੇ ਡੀਏਵੀ ਕਾਲਜ ਜਲੰਧਰ ਨੇ, ਪੰਜਾਬੀ ਦੇ ਪ੍ਰੋਫੈਸਰ, ਤੇ ਉਹ ਪੜ੍ਹੇ ਸੀ, ਤੇ ਫਿਰ ਐਮਏ ਮੈਂ ਕੀਤੀ। ਉਸ ਤੋਂ ਬਾਅਦ ਬੱਚੇ ਕਾਫੀ ਜਿਹੜੇ ਨੇ ਉਹ ਪੜ੍ਹ ਗਏ ਨੇ। ਔਰ ਮੇਰੇ ਪਿੰਡ ਦੀ ਇੱਕ ਖੂਬੀ ਆ, ਮੈਨੂੰ ਬੜੀ ਖੁਸ਼ੀ ਹੁੰਦੀ ਇਸ ਗੱਲ ਤੇ, ਔਰ ਹਮੇਸ਼ਾ ਮਾਣ ਵੀ ਹੁੰਦਾ ਕਿ ਮੇਰੇ ਪਿੰਡ ਨੂੰ ਹਮੇਸ਼ਾ ਅਧਿਆਪਕਾਂ ਦਾ ਪਿੰਡ ਕਹਿ ਕੇ ਜਾਣਿਆ ਜਾਂਦਾ। ਕੀ ਬਾਤ ਹੈ। ਮੇਰੇ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਟੀਚਰ, ਹਾਈ ਸਕੂਲ ਦੇ ਟੀਚਰ, ਸੀਨੀਅਰ ਸੈਕੰਡਰੀ ਸਕੂਲ ਦੇ ਟੀਚਰ ਤੇ ਕਾਲਜ ਦੇ ਟੀਚਰ, ਅਸੀਂ ਦੋ ਅਜਿਹੇ ਵਿਅਕਤੀ ਆ ਜਿਨ੍ਹਾਂ ਨੇ ਐਮਏ ਪੰਜਾਬੀ ਕੀਤੀ, ਯੂਜੀਸੀ ਟੈਸਟ ਪਾਸ ਕੀਤਾ, ਉਹਨਾਂ ਨੇ ਐਮਫਿਲ ਕੀਤੀ, ਮੈਂ ਐਮਫਿਲ ਨਹੀਂ ਕੀਤੀ, ਤੇ ਪੀਐਚਡੀ ਦੀ ਡਿਗਰੀ ਉਹਨਾਂ ਨੇ ਵੀ ਭਾਸ਼ਾ ਵਿਗਿਆਨ 'ਚ ਕੀਤੀ ਤੇ ਮੈਂ ਵੀ ਭਾਸ਼ਾ ਵਿਗਿਆਨ 'ਚ ਕੀਤੀ। ਤੇ ਅਸੀਂ ਦੋਨੋਂ ਜਿਹੜੇ ਆ ਉਹ ਕਾਲਜਾਂ ਦੇ ਵਿੱਚ, ਉਹ ਡੀਏਵੀ ਜਲੰਧਰ ਦੇ ਵਿੱਚ ਤੇ ਮੈਂ ਲਾਇਪੁਰ ਖਾਲਸਾ ਕਾਲਜ ਜਲੰਧਰ ਦੇ ਵੱਡਿਆਂ ਕਾਲਜਾਂ 'ਚ ਦੋਨੋਂ ਆਪਣਾ ਪੜ੍ਹਾਉਣ ਦਾ ਕਾਰਜ ਜਿਹੜਾ ਉਹ ਕਰ ਰਹੇ ਆ। ਤੇ ਮਤਲਬ ਪੀਐਚਡੀ ਕਰਨ ਤੱਕ ਜਾਂ ਫਿਰ ਕਹਿ ਲਓ ਕਿ ਪੰਜਾਬੀ ਦੇ ਵਿੱਚ ਐਮਏ ਕਰਨ ਤੱਕ, ਉਸ ਤੋਂ ਪਹਿਲਾਂ ਵੀ ਕੋਈ ਕੰਮ ਤੁਸੀਂ ਕਰਦੇ ਰਹੇ ਹੋ ਜਾਂ ਫਿਰ ਬਸ ਇਹੀ ਸੋਚਿਆ ਸੀਗਾ ਕਿ ਕੁਝ ਨਹੀਂ ਕਰਨਾ, ਸਿਰਫ ਹੁਣ ਫਾਈਨਲੀ ਡਾਕਟਰ ਹੀ ਬਣਾਂਗੇ? ਦੇਖੋ, ਇਦਾਂ ਕਿ ਪੀਐਚਡੀ ਕਰਨ ਬਾਰੇ ਤਾਂ ਕਦੀ ਸੋਚਿਆ ਨਹੀਂ ਸੀ ਕਿ ਪੀਐਚਡੀ ਵੀ ਕਰਾਂਗੇ, ਕਿਉਂਕਿ ਅਸੀਂ ਤਾਂ ਸੱਚੀ ਗੱਲ ਹੈ ਕਿ ਐਮਏ ਕਰਨ ਬਾਰੇ ਵੀ ਨਹੀਂ ਸੋਚਿਆ ਸੀ। ਜਦੋਂ ਪਿੰਡ ਦੇ ਸਕੂਲ 'ਚ ਪੜ੍ਹਦੇ ਸੀ ਨਾ 7ਵੀਂ 8ਵੀਂ 'ਚ, ਤੇ ਉਦੋਂ 10ਵੀਂ ਕਲਾਸ ਸਭ ਤੋਂ ਵੱਡੀ ਕਲਾਸ ਹੁੰਦੀ ਸੀ, ਤੇ ਸਾਨੂੰ ਸਾਡੇ ਅਧਿਆਪਕ ਵੀ ਹਮੇਸ਼ਾ ਇਹੀ ਕਹਿੰਦੇ ਹੁੰਦੇ ਕਿ ਸਭ ਤੋਂ ਵੱਡੀ ਕਲਾਸ 10ਵੀਂ ਹੁੰਦੀ ਆ। ਤੇ 1992 'ਚ ਮੈਂ 10ਵੀਂ ਕੀਤੀ ਹੈ, ਤੇ 2001 'ਚ ਮੈਂ ਐਮਏ ਕੀਤੀ, ਤੇ 1996 ਵਿੱਚ ਮੇਰੇ ਪਿੰਡ ਦਾ ਸਕੂਲ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਉਹ ਬਣਦਾ, ਤੇ 11ਵੀਂ 12ਵੀਂ ਜਲੰਧਰ ਦੇ ਸਰਕਾਰੀ ਸਕੂਲ ਦੇ ਵਿੱਚ ਮੈਂ ਕਰਦਾ। ਤੇ ਕੰਮ ਦੀ ਗੱਲ ਜਦੋਂ ਅਸੀਂ ਕਰਦੇ ਕਿ ਪਿੰਡਾਂ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਇੰਨੇ ਕੰਮ ਤਾਂ ਹੁੰਦੇ ਨਹੀਂਗੇ, ਔਰ ਨਾ ਹੀ ਰੁਜ਼ਗਾਰ ਦੇ ਕੋਈ ਇੰਨੇ ਜਿਹੜੇ ਆ ਉਹ ਸਾਧਨ ਹੁੰਦੇ ਆ, ਨਾ ਹੀ ਆਪਣੇ ਘਰਾਂ ਦੀ ਕੋਈ ਇੰਨੀ ਵਧੀਆ ਸਥਿਤੀ ਹੁੰਦੀ ਆ ਕਿ ਆਪਾਂ ਕੋਈ ਲੈਂਡ ਲੌਰਡ ਹੋਈਏ। ਪਿੰਡਾਂ ਦੇ ਸਧਾਰਨ ਲੋਕ ਹੁੰਦੇ ਆ, ਤੇ ਕੰਮਕਾਰ ਦੇਖੋ ਅੱਜ ਵੀ ਬੱਚਿਆਂ ਨੂੰ ਕਰਨੇ ਪੈ ਰਹੇ ਆਪਣੀ ਪੜ੍ਹਾਈ ਦੇ ਦੌਰਾਨ, ਤੇ ਉਦੋਂ ਵੀ ਕਰਦੇ ਹੁੰਦੇ ਸੀਗੇ, ਕੋਈ ਕਰਦੇ ਤੇ ਮੈਂ ਵੀ ਕੋਈ ਨਾ ਕੋਈ ਕਰਦਾ, ਮਾੜਾ ਮੋਟਾ ਕੋਈ ਨਾ ਕੋਈ ਕਰ ਲੈਂਦਾ ਹੁੰਦਾ ਸੀਗਾ ਮੈਂ। ਇੱਕ ਮੈਨੂੰ ਯਾਦ ਆ ਕਿ ਯਾਦ ਕੀ ਹੈ, ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਆ। ਮੇਰੇ ਰਿਸ਼ਤੇਦਾਰ ਹੁੰਦੇ ਸੀਗੇ, ਸਾਡੇ ਤਾਏ ਹੁਣਾਂ ਦੀ ਵੱਡੀ ਨੂੰਹ ਦੇ ਸੀ ਗਾਂ ਕੋਈ ਰਿਸ਼ਤੇਦਾਰ, ਉਹਨਾਂ ਸਾਡੇ ਪਿੰਡ STDPCA ਖੋਲਿਆ, ਤੇ ਉਦੋਂ ਮੈਂ BA ਕਰਦਾ ਸੀਗਾ, 1997-98 ਦੀ ਗੱਲ ਹੈ ਸ਼ਾਇਦ। ਤੇ ਮੈਂ ਉਦੋਂ BA ਕਰਦਾ ਹੁੰਦਾ ਸੀ, ਤੇ ਮੈਨੂੰ ਇਹ ਹੁੰਦਾ ਸੀ ਘਰਾਂ ਦੇ ਵਿੱਚ ਤੁਹਾਨੂੰ ਪਤਾ ਕਿ ਨਾ ਮੇਜ਼ ਕੁਰਸੀਆਂ ਹੁੰਦੀਆਂ ਤੇ ਨਾ ਕੋਈ ਪੜ੍ਹਨ ਦਾ ਕੋਈ ਇੰਨਾ ਮਾਹੌਲ ਹੁੰਦਾ, ਤੇ ਮੈਨੂੰ ਲਾਲਚ ਇਹੀ ਹੁੰਦਾ ਸੀ ਕਿ ਕੁਰਸੀ ਮੇਜ਼ ਪੜ੍ਹਨ ਵਾਸਤੇ ਮਿਲ ਜਾਣਾ, ਤੇ ਮੈਂ ਫਿਰ ਉਹਨਾਂ ਨੂੰ ਕਹਿਣਾ ਵੀ ਮੈਨੂੰ ਇੱਥੇ ਆਪਣੇ ਇੱਥੇ ਬਿਠਾ ਲਿਆ ਕਰੋ। ਤੇ ਉਹ ਕਹਿੰਦੇ
ਵੀ ਚੱਲ ਠੀਕ ਆ, ਫਿਰ ਤੂੰ ਇੱਥੇ ਸਵੇਰੇ ਸ਼ਾਮ 2-3 ਘੰਟੇ ਬੈਠ ਜਾਇਆ ਕਰ। ਮੈਂ ਸਵੇਰੇ 5:30 ਵਜੇ ਜਾ ਕੇ STDPCO ਖੋਲ ਦੇਣਾ। 5:30 ਵਜੇ? ਹਾਂ, ਸਵੇਰੇ ਮੈਂ 5:30 ਵਜੇ ਜਾ ਕੇ ਦੁਕਾਨ ਦਾ ਸ਼ਟਰ ਚੱਕ ਦੇਣਾ ਤੇ 5:30 ਵਜੇ ਗਾਹਕ ਨੇ ਤਾਂ ਕਿਸੇ ਨੇ ਆਉਣਾ ਨਾ ਹੁੰਦਾ। ਤੇ ਪ੍ਰਮਾਤਮਾ ਦੀ ਕਿਰਪਾ ਇੰਨੀ ਸੀ ਕਿ ਉਹ ਪੜਨ ਦਾ ਮਾਹੌਲ ਬੜਾ ਵਧੀਆ ਬਣਦਾ ਹੁੰਦਾ ਤੇ ਮੈਨੂੰ ਮੁਫਤ ਦੇ ਵਿੱਚ ਹੀ ਕੁਰਸੀ ਤੇ ਮੇਜ਼ ਮਿਲ ਜਾਂਦਾ ਸੀ ਤੇ ਮੈਂ ਉੱਥੇ ਬੈਠ ਕੇ ਆਪਣੇ ਪੜ੍ਹਾਈ ਦੇ ਜਿਹੜੇ ਆ ਕੁਝ ਨੋਟਸ ਜਿਹੜੇ ਆ ਤਿਆਰ ਕਰੀ ਜਾਣੇ, ਜਾਂ ਮੈਂ ਕੋਈ ਲਿਟਰੇਚਰ ਕੋਈ ਪੜ੍ਹ ਲੈਣਾ। ਤੇ ਇਸੇ ਤਰ੍ਹਾਂ ਸ਼ਾਮ ਨੂੰ ਮੈਂ 6-6:30 ਆ ਜਾਂਦਾ ਹੁੰਦਾ ਸੀ ਤੇ ਰਾਤ ਦੇ 10-10:30 ਵਜੇ ਤੱਕ ਉੱਥੇ 3 ਘੰਟੇ ਜਿਹੜਾ। ਅੱਛਾ, ਸਵੇਰ ਨੂੰ ਤਾਂ ਚਲੋ ਕੋਈ ਗਾਹਕ ਨਹੀਂ ਆਉਂਦਾ ਸੀ, ਸ਼ਾਮ ਨੂੰ ਤਾਂ ਗਾਹਕ ਆਉਂਦੇ ਹੋਣੇ ਆ? ਨਹੀਂ, ਸ਼ਾਮ ਨੂੰ ਨਹੀਂ, ਸਵੇਰੇ ਵੀ ਆਉਂਦੇ ਸੀਗੇ, ਪਰ ਤੜਕੇ 5:30 ਵਜੇ 6 ਵਜੇ ਕੋਈ ਨਹੀਂ ਸੀ ਆਉਂਦਾ। ਜਦੋਂ ਦਿਨ ਚੜ੍ਹਦਾ ਸੀ ਕਿਤੇ 7-7:30 8 ਵਜੇ ਤੱਕ ਮੈਂ ਬਹਿੰਦਾ ਹੁੰਦਾ ਸੀ ਉੱਥੇ, ਉਦੋਂ ਕੋਈ ਆਉ ਜਾਣਾ, ਉਦੋਂ ਤੱਕ ਆਪ ਜੀ ਨਿਕਲ ਜਾਂਦੇ ਉਦੋਂ ਤੱਕ ਆਪਣਾ ਕੰਮ ਕਰ ਲਈਦਾ ਸੀਗਾ ਲਿਖਣ ਪੜ੍ਹਨ ਦਾ। ਸ਼ਾਮ ਨੂੰ ਤਾਂ ਗਾਹਕ ਸ਼ਾਮ ਨੂੰ ਤਾਂ ਫਿਰ ਚਲੋ ਇਹ ਆ ਕਿ ਜਿਹੜਾ ਸਵੇਰੇ ਤੁਸੀਂ ਮौज ਕੀਤੀ ਹੁੰਦੀ ਜਾਂ ਉਹ ਆਪਣਾ ਫਾਇਦਾ ਲਿਆ ਹੁੰਦਾ ਲਿਖਣ ਪੜ੍ਹਨ ਦਾ, ਤੇ ਸ਼ਾਮ ਨੂੰ ਤੁਹਾਨੂੰ ਫਿਰ ਮਿਹਨਤ ਵੀ ਜ਼ਿਆਦਾ ਜਿਹੜੀ ਉਹ ਕਰਨੀ ਪੈਂਦੀ। ਤੇ ਕਈ ਵਾਰੀ ਐਂ ਹੁੰਦਾ ਕਿਉਂਕਿ ਉਹ ਜਿਹੜੀ STDPCO ਸੀ ਨਾ, ਉਹ ਪਿੰਡ ਤੋਂ ਥੋੜਾ ਜਿਹਾ ਹਟਮਾ ਸੀ ਤੇ ਪਿੰਡ ਦੇ ਵਿੱਚ 2-3 PCO ਜ਼ਮਾਨਾ ਇਦਾਂ ਦਾ ਸੀਗਾ ਕਿ PCO STD ਬਹੁਤ ਹੁੰਦੇ ਸੀ ਉਦੋਂ, ਤੇ ਉਹ ਹਟਮਾ ਸੀ ਪਿੰਡ ਤੋਂ, ਤੇ ਉੱਥੇ ਗਾਹਕ ਘੱਟ ਹੀ ਆਉਂਦੇ ਹੁੰਦੇ ਤੇ ਮੇਰਾ ਸੂਤ ਆ ਜਾਂਦਾ ਹੁੰਦਾ ਸੀਗਾ। ਅਕਸਰ ਮੈਂ ਇਹ ਦੇਖਿਆ ਕਿ ਜਿਹੜੇ ਪੰਜਾਬੀ ਦੇ ਅਧਿਆਪਕ ਜਾਂ ਪ੍ਰੋਫੈਸਰ ਹੁੰਦੇ ਨੇ ਉਹ ਲਿਖਣ ਦੇ ਕਾਫੀ ਸ਼ੌਕੀਨ ਹੁੰਦੇ ਨੇ। ਹਾਂ, ਬਿਲਕੁਲ। ਇਹ ਮਤਲਬ ਹੈਗੇ ਨੇ? ਨਹੀਂ, ਉਹਨਾਂ ਦੀ ਗੱਲਬਾਤ ਦੇ ਤਰੀਕੇ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਜਿਸ ਹਿਸਾਬ ਨਾਲ ਸ਼ਾਇਰੀ ਗੀਤ ਯਾਦ ਨੇ, ਤੇ ਤੁਸੀਂ ਕੁਝ ਨਾ ਕੁਝ ਲਿਖਦੇ ਵੀ ਜ਼ਰੂਰ ਹੋ। ਦੇਖੋ, ਇਹ ਤਾਂ ਗੱਲ ਸੱਚੀ ਹੈ ਕਿ ਸਾਡੇ ਹੈ ਨਾ ਮੇਰੇ ਡਾਕਟਰ ਸੁਖਵਿੰਦਰ ਸਿੰਘ ਸੰਘਾ ਗਾਈਡ ਨੇ PhD ਤੇ ਉਹਨਾਂ ਦੇ ਗਾਈਡ ਜਿਹੜੇ ਸੀ ਡਾਕਟਰ ਜੋਗਿੰਦਰ ਸਿੰਘ ਪਾਰ, ਬਹੁਤ ਉੱਘੇ ਭਾਸ਼ਾ ਵਿਗਿਆਨੀ ਹੋਏ ਨੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੀ ਰਹੇ ਨੇ। ਪਿਛਲੇ ਸਮੇਂ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਤੇ ਉਹ ਵੀ ਕਹਿੰਦੇ ਨੇ ਕਿ ਹਰ MA ਪੜ੍ਹਿਆ ਤੀਜਾ ਬੰਦਾ ਕਵਿਤਾ ਲਿਖਣ ਲੱਗ ਪੈਂਦਾ। ਤੇ ਮੇਰੇ ਗਾਈਡ ਡਾਕਟਰ ਸੁਖਵਿੰਦਰ ਸਿੰਘ ਸੰਘਾ ਵੀ ਸਾਨੂੰ ਜਿੰਨੇ ਵੀ ਉਹਨਾਂ ਦੇ ਸਟੂਡੈਂਟਸ ਸੀਗੇ ਉਹਨਾਂ ਨੂੰ ਉਹ ਸਾਰੇ ਕਵਿਤਾ ਲਿਖਦੇ ਸੀ, ਕਵਿਤਾ ਲਿਖਦਾ ਕੋਈ ਕਹਾਣੀ ਲਿਖਦਾ। ਉਹ ਕਹਿੰਦੇ ਕਿ ਮੈਨੂੰ ਲੱਗਦਾ ਕਿ ਮੇਰੇ ਵਿੱਚ ਹੀ ਕੋਈ ਨੁਕਸ ਹੈ ਕਿ ਜਿੰਨੇ ਮੇਰੇ ਸਟੂਡੈਂਟ ਸਾਰੇ ਕਵਿਤਾ ਲਿਖੀ ਜਾਂਦੇ। ਤੇ ਮੈਨੂੰ ਬਾਅਦ ਚ ਪਤਾ ਲੱਗਾ ਕਿ ਉਹ ਵੀ ਬਹੁਤ ਸੋਹਣੀ ਕਵਿਤਾ ਲਿਖਦੇ ਆ ਡਾਕਟਰ ਸੰਘਾ ਵੀ। ਤੇ ਕਵਿਤਾ ਲਿਖਣ ਦੀ ਜਿਹੜੀ ਰੁਚੀ ਆ ਉਹ ਤਾਂ ਬਹੁਤ ਲੇਟ ਪੈਦਾ ਹੋਈ ਮੇਰੇ ਵਿੱਚ। ਮੈਂ ਕਵਿਤਾ ਵੀ ਉੱਤੇ ਵੀ ਹੱਥ ਅਜ਼ਮਾਈ ਕੀਤੀ ਆ, ਕਹਾਣੀ ਵੀ ਲਿਖੀ। ਸਭ ਤੋਂ ਪਹਿਲਾਂ ਕਹਾਣੀ ਮੈਂ ਵੈਸੇ 9ਵੀਂ ਚ ਪੜ੍ਹਦਾ ਸੀ ਜਦੋਂ ਮੈਂ ਲਿਖੀ ਸੀ। ਅੱਛਾ ਜੀ। ਹਾਂ, 9ਵੀਂ ਚ ਪੜ੍ਹਦਾ ਸੀ। ਮਿਹਨਤ ਦਾ ਫਲ ਤੁਹਾਨੂੰ ਯਾਦ ਹੈ? ਮੈਨੂੰ ਯਾਦ ਆ। ਵਿਦਿਆਰਥੀ ਜੀਵਨ ਦੇ ਵਿੱਚ ਵਿਚਰਦਿਆਂ ਦੋਸਤਾਂ ਮਿੱਤਰਾਂ ਨੂੰ, ਕਿਉਂਕਿ ਜਿਸ ਤਰ੍ਹਾਂ ਦੀਆਂ ਕਹਾਣੀਆਂ ਅਸੀਂ ਪਹਿਲਾਂ ਪੜ੍ਹਦੇ ਰਹੇ ਤੁਹਾਡੇ ਕੋਲ ਇੱਕ ਮਾਡਲ ਪਿਆ ਹੁੰਦਾ ਜਿਹਦੇ ਵਿੱਚ ਪ੍ਰੇਰਨਾਦਾਇਕ ਕੁਝ ਨਾ ਕੁਝ ਹੋਵੇ। ਇਹ ਵਿਦਿਆਰਥੀ ਸੀਗੇ ਉਦੋਂ, ਮੈਂ 9ਵੀਂ ਚ ਸ਼ਾਇਦ ਪੜ੍ਹਦਾ ਸੀਗਾ, ਗੱਲ 90 ਦੀ ਹੋਣੀ ਹੈ ਤੇ 90-91 ਦੀ ਹੋਣੀ ਆ। ਤੇ ਉਦੋਂ ਫਿਰ ਮੈਂ ਇੱਕ ਕਹਾਣੀ ਲਿਖੀ ਸੀ ਨਵਾਂ ਜ਼ਮਾਨਾ ਅਖਬਾਰ ਦੇ ਵਿੱਚ। ਉਦੋਂ ਮੇਰੀ ਉਹ ਕਹਾਣੀ ਛਪੀ ਸੀਗੀ, ਮਿਹਨਤ ਦਾ ਫਲ। ਅੱਛਾ ਜੀ। ਵੀ ਉਹ ਦੋਨੇ ਦੋਸਤ ਹੁੰਦੇ ਆ, ਇੱਕ ਅਮੀਰ ਹੁੰਦਾ ਇੱਕ ਗਰੀਬ ਹੁੰਦਾ। ਇਹ ਆਪਾਂ ਕਹਾਣੀਆਂ ਪਹਿਲਾਂ ਤੋਂ ਸੁਣਦੇ ਆ ਰਹੇ ਹੁੰਦੇ ਆ। ਇੱਕ ਗਰੀਬ ਹੁੰਦਾ ਇੱਕ ਅਮੀਰ ਹੁੰਦਾ। ਅਮੀਰ ਨਾਂ ਦੇ ਮੁੰਡੇ ਨੂੰ ਬੜਾ ਮਾਣ ਹੁੰਦਾ ਕਿ ਮੇਰੇ ਪਾਪਾ ਜੀ ਦੇ ਕੋਲ ਬਹੁਤ ਪੈਸਾ ਹੈ ਤੇ ਬਹੁਤਾ ਪੜ੍ਹਾਈ ਵੱਲ ਧਿਆਨ ਨਹੀਂ ਦਿੰਦਾ। ਤੇ ਉਹ ਜਿਹੜਾ ਗਰੀਬਾਂ ਦਾ ਵਿਚਾਰਾ ਮੁੰਡਾ ਹੁੰਦਾ ਆ, ਉਹਦੇ ਘਰ ਦੇ ਹਾਲਾਤ ਬਹੁਤ ਵਧੀਆ ਨਹੀਂਗੇ ਤੇ ਉਹ ਫਿਰ ਕਦੀ ਲੱਕੜੀਆਂ ਕੱਟਦਾ, ਕਦੀ ਕੋਈ ਕੰਮ ਕਰਦਾ। ਤੇ ਉਹ ਇਦਾਂ ਕਰਦਿਆਂ ਜਿਹੜਾ ਉਹ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦਿਆਂ ਪੜ੍ਹ ਜਾਂਦਾ ਹੈ ਤੇ ਫਿਰ ਉਹ ਕਿਸੇ ਮੁਕਾਮ ਤੇ ਪਹੁੰਚ ਜਾਂਦਾ, ਵੱਡਾ ਅਫਸਰ ਬਣ ਜਾਂਦਾ। ਤੇ ਬਾਅਦ 'ਚ ਉਹ ਜਿਹੜਾ ਅਮੀਰਾਂ ਦਾ ਮੁੰਡਾ ਸੀਗਾ ਉਹ ਜਿਹੜਾ ਆ ਉਹਨੂੰ ਇਹ ਹੀ ਰਿਹਾ ਕਿ ਮੇਰੇ ਪਿਤਾ ਦੇ ਕੋਲ ਬਹੁਤ ਪੈਸਾ ਤੇ ਪਰ ਅੱਗੇ ਚੱਲ ਕੇ ਜਿਹੜਾ ਪੈਸਾ ਤਾਂ ਹਮੇਸ਼ਾ ਨਹੀਂ ਰਹਿੰਦਾ, ਜ਼ਿੰਦਗੀ ਦੇ ਵਿੱਚ ਬੜੇ ਉਤਰਾਅ ਚੜਾਅ ਹਮੇਸ਼ਾ ਕੋਈ ਨਾ ਕੋਈ ਆਉਂਦੇ ਰਹਿੰਦੇ ਆ। ਤੇ ਉਹਦੇ ਵੀ ਇੱਦਾਂ ਹੀ ਕੋਈ ਉਤਰਾਅ ਚੜਾਅ ਆਇਆ ਤੇ ਉਹ ਕਿਉਂਕਿ ਬਾਲ ਬੁੱਧੀ ਸੀ ਉਸ ਵੇਲੇ, ਕੋਈ ਏਡੀ ਵੱਡੀ ਸਮਝ ਤਾਂ ਨਹੀਂ ਸੀ, ਪਰ ਕਹਾਣੀ ਉਦੋਂ ਮੈਨੂੰ ਬਣਾਉਣੀ ਆ ਗਈ ਸੀ। ਤੇ ਕਹਾਣੀ ਮੈਂ ਲਿਖੀ ਤੇ ਅਖੀਰ ਤੇ ਕੀਤਾ ਕਿ ਉਹ ਮੁੰਡਾ ਅਫਸਰ ਲੱਗਾ ਹੋਇਆ ਜਿਹੜਾ ਗਰੀਬ ਪਰਿਵਾਰ ਦਾ ਸੀਗਾ। ਤੇ ਨਵੇਂ ਦਫ਼ਤਰ ਵਿੱਚ ਜਦੋਂ ਉਹ ਜੇ ਆਪਣੀ ਨੌਕਰੀ ਜੁਆਇਨ ਕਰਦਾ ਤੇ ਘੰਟੀ ਮਾਰਦਾ ਪੀਐਨ ਨੂੰ ਪਾਣੀ ਲਿਆਉਣ ਲਈ, ਤੇ ਪੀਐਨ ਉਹ ਮੁੰਡਾ ਲੱਗਾ ਹੁੰਦਾ ਜਿਹੜਾ ਉਹਦਾ ਕਲਾਸ ਫੈਲੋ ਸੀਗਾ ਤੇ ਉਹ ਗਲਾਸ ਪਾਣੀ ਦਾ ਲੈ ਕੇ ਉਹਦੇ ਮੂਹਰੇ ਖੜਾ ਹੁੰਦਾ। ਮਤਲਬ ਮਿਹਨਤ ਦਾ ਫਲ ਸੱਚੀ ਮਿਹਨਤ ਦਾ ਫਲ ਜਿਹੜਾ ਉਹਨੂੰ ਜਿਹੜਾ ਉੱਥੇ ਮਿਲਿਆ। ਤੇ ਸ਼ਾਇਦ ਉਸੇ ਹੀ ਕਹਾਣੀ ਨੇ ਜਾਂ ਉਸੇ ਹੀ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ ਮਿਹਨਤ ਕਰਨ ਦਾ ਜਜ਼ਬਾ ਭਰਿਆ ਤੇ ਆਪਾਂ ਲਗਾਤਾਰਤਾ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਲਗਾਤਾਰ ਤੁਰੇ ਰਹੇ। ਤੇ ਮੈਨੂੰ ਇੱਕ ਗੱਲ ਯਾਦ ਆ, ਕਿਉਂਕਿ ਉਹ ਕੱਛੂ ਕੰਮੇ ਵਾਲੀ ਤੇ ਖਰਗੋਸ਼ ਵਾਲੀ ਕਹਾਣੀ ਅਸੀਂ ਜਿਹੜੀ ਆ ਉਹ ਸਾਰੇ ਜਾਣਦੇ ਆ ਕਿ ਜ਼ਿੰਦਗੀ 'ਚ ਸਫਲ ਹੋਣ ਦੇ ਵਾਸਤੇ ਲਗਾਤਾਰਤਾ ਹੋਣੀ ਵੀ ਬੜੀ ਜ਼ਰੂਰੀ ਹੈ। ਭਾਵੇਂ ਹੌਲੀ ਤੁਰੋ ਪਰ ਲਗਾਤਾਰ ਤੁਰਦੇ ਰਹੋ, ਕਿਉਂਕਿ ਮੈਂ ਅਕਸਰ ਇਹ ਮਹਿਸੂਸ ਕਰਦਾ ਕਿ ਤੁਹਾਡੇ ਹੌਲੀ ਤੁਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਖੜ ਗਏ ਆ।
ਤੁਰੋ ਜ਼ਰੂਰ, ਭਾਵੇਂ ਹੌਲੀ ਤੁਰੋ, ਜੀ। ਆਪਣੇ ਆਪ ਮੰਜ਼ਿਲ ਤੇ ਪਹੁੰਚ ਜਾਵਾਂਗੇ। ਕੀ ਬਾਤ ਵਾਹ, ਹੈ। ਕੀ ਬਾਤ। ਤੇ ਹੁਣ ਇੱਥੇ ਹੀ ਜ਼ਿਕਰ ਕਰਦੇ ਹਾਂ ਆਪਾਂ ਕਿ ਪੰਜਾਬੀ ਬੋਲੀ ਜੇਕਰ ਕਿਸੇ ਨੇ ਸਿੱਖਣੀ ਹੋਵੇ, ਕਿਉਂਕਿ ਹੁਣ ਤਾਂ ਪੰਜਾਬੀ ਬੋਲੀ ਦਾ ਇੰਨਾ ਜ਼ਿਆਦਾ ਕ੍ਰੇਜ਼ ਆ ਲੋਕਾਂ ਦੇ ਵਿੱਚ, ਜੇ ਤੁਸੀਂ ਆਪਣੇ ਪੰਜਾਬ ਤੋਂ ਬਾਹਰ ਜਾਂਦੇ ਹੋ ਤੇ ਲੋਕ ਬਹੁਤ ਪਸੰਦ ਕਰਦੇ ਨੇ ਪੰਜਾਬੀਆਂ ਨੂੰ, ਤੇ ਪੰਜਾਬੀ ਬੋਲਣਾ ਬੜੀ ਪਸੰਦ ਕਰਦੇ ਨੇ, ਪਰ ਆਉਂਦੀ ਨਹੀਂ ਹੁੰਦੀ। ਸੋ ਅਗਰ ਉਹ ਲੋਕ ਜੇ ਪੰਜਾਬੀ ਸਿੱਖਣਾ ਚਾਹਣ ਤੇ ਉਹਨਾਂ ਨੂੰ ਬਹੁਤ ਜਲਦੀ ਪੰਜਾਬੀ ਆ ਜਾਵੇ, ਇਦਾਂ ਦਾ ਕੋਈ ਤਰੀਕਾ ਹੈ? ਤਰੀਕਾ ਤਾਂ ਮੈਂ ਸ਼ੁਰੂ ਵਿੱਚ ਹੀ ਗੱਲ ਕੀਤੀ ਸੀ ਵੀ ਤੁਹਾਡੀ ਆਪਣੀ ਕਮਿਟਮੈਂਟ ਕਿੰਨੀ ਆ, ਕਿ ਤੁਸੀਂ ਕਿੰਨੀ ਲਗਨ ਤੇ ਮਿਹਨਤ ਦੇ ਨਾਲ ਕੋਈ ਕੰਮ ਕਰਨਾ ਚਾਹੁੰਦੇ ਆ। ਜੀ। ਜੇਕਰ ਤੁਹਾਡੇ ਵਿੱਚ ਸਮਰੱਥਾ ਤਾਂ ਪਰਮਾਤਮਾ ਨੇ ਲਗਭਗ ਭਰੀ ਹੁੰਦੀ ਹਰ ਇੱਕ ਬੰਦੇ ਵਿੱਚ, ਕਿਸੇ ਵਿੱਚ ਘੱਟ ਆ, ਕਿਸੇ ਵਿੱਚ ਜ਼ਿਆਦਾ ਆ। ਮੈਂ ਤਾਂ ਅਕਸਰ ਇਹ ਵੀ ਕਹਿੰਦਾ ਹੁੰਦਾ ਕਿ ਪਰਮਾਤਮਾ ਨੇ ਜੀ ਸਾਰੇ ਮਨੁੱਖਾਂ ਦੇ ਵਿੱਚ ਉਹ ਸਾਰੀਆਂ ਸ਼ਕਤੀਆਂ ਪਾਈਆਂ ਹੋਈਆਂ ਜਿਹੜਿਆਂ ਦਾ ਮਾਲਕ ਖੁਦ ਆਪ ਆ। ਵਾਹ। ਕਿਸੇ ਦੇ ਵਿੱਚ ਕੋਈ ਐਕਟੀਵੇਟ ਹੋਈ ਆ, ਕਿਸੇ ਵਿੱਚ ਕੋਈ ਐਕਟੀਵੇਟ ਹੋਈ ਆ। ਇਸੇ ਕਰਕੇ ਕਿਸੇ ਵਿੱਚ ਕੋਈ ਗੁਣ ਹੁੰਦਾ, ਕਿਸੇ ਵਿੱਚ ਕੋਈ ਗੁਣ ਹੁੰਦਾ, ਤੇ ਸਾਰੇ ਮਨੁੱਖਾਂ ਦੇ ਗੁਣਾਂ ਨੂੰ ਜਦੋਂ ਤੁਸੀਂ ਮਿਲਾ ਕੇ ਦੇਖੋਗੇ ਤੁਹਾਨੂੰ ਰੱਬ ਵਾਲੇ ਸਾਰੇ ਗੁਣ ਲੱਭਣਗੇ ਉਹਨਾਂ ਦੇ ਵਿੱਚ। ਕੀ ਬਾਤ। ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੀ ਆਪਣੀ ਕਮਿਟਮੈਂਟ ਕਿੰਨੀ ਆ, ਤੁਹਾਡੀ ਆਪਣੀ ਉਹਦੇ ਪ੍ਰਤੀ ਪ੍ਰਤੀਬੱਧਤਾ ਕਿੰਨੀ ਆ, ਕਿ ਤੁਸੀਂ ਕਿੰਨਾ ਸਿੱਖਣਾ ਚਾਹੁੰਦੇ ਆ। ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਵਾਸਤੇ ਇੱਕ ਪ੍ਰੋਗਰਾਮ ਇਸ ਤਰ੍ਹਾਂ ਦਾ ਲਿਖਿਆ ਕਿ ਕੋਈ ਵੀ ਡਿਗਰੀ ਵਿਦਿਆਰਥੀ ਨੂੰ ਦੇਣੀ ਨਹੀਂ ਜਿੰਨੀ ਦੇਰ ਤੱਕ ਉਹ ਪੰਜਾਬੀ ਨਹੀਂ ਪੜ੍ਹਦਾ। ਅੱਛਾ। ਕੀ ਬਾਤ। BA ਦੇ ਵਿੱਚ, ਚਾਹੇ BSc ਦੇ ਵਿੱਚ, ਚਾਹੇ ਕਿਸੇ ਵੀ ਕੋਰਸ ਵਿੱਚ ਜੇਕਰ ਉਹਨੇ ਗ੍ਰੈਜੂਏਸ਼ਨ ਕੰਪਲੀਟ ਕਰਨੀ ਆ, ਉਹਨੂੰ ਪੰਜਾਬੀ ਪੜ੍ਹਨੀ ਪੈਗੀ। ਜਿਹੜੇ ਪ੍ਰੋਫੈਸ਼ਨਲ ਕੋਰਸ ਨੇ ਉਹਨਾਂ ਦੇ ਵਿੱਚ 1 ਸਾਲ ਪੜ੍ਹਨੀ ਆ। ਜਿਹੜੇ ਬਾਕੀ ਲਾਜ਼ਮੀ ਜਨਰਲ ਕੋਰਸ ਨੇ, ਜਿਹੜੇ ਪਾਸ ਕੋਰਸ ਹੁੰਦੇ ਆ, ਉਹਨਾਂ ਦੇ ਵਿੱਚ 3 ਸਾਲ ਪੰਜਾਬੀ ਪੜ੍ਹਨੀ ਆ। ਔਰ ਮੁੱਢਲੀ ਪੰਜਾਬੀ ਜਾਂ ਬੇਸਿਕ ਪੰਜਾਬੀ ਦਾ ਕੋਰਸ ਜਿਹੜਾ ਆ ਉਹ ਲਾਂਚ ਕੀਤਾ ਆ ਕਿ ਜਿਹੜੇ ਵਿਦਿਆਰਥੀ ICSE ਤੋਂ ਪੜ੍ਹ ਕੇ ਆਏ ਨੇ, ਜਾਂ CBSE ਤੋਂ ਪੜ੍ਹ ਕੇ ਆਏ ਨੇ, ਜਾਂ ਕਿਸੇ ਹੋਰ ਬੋਰਡ ਤੋਂ ਪੜ੍ਹ ਕੇ ਆਏ ਨੇ, ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਉਸਦੇ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਉਹਨਾਂ ਨੇ ਲਈ ਆ, ਤੇ ਉਹਨਾਂ ਦੇ ਵਾਸਤੇ ਪੰਜਾਬੀ ਪੜ੍ਹਨੀ ਲਾਜ਼ਮੀ ਆ। ਤੇ ਪਰ ਡਰਨ ਦੀ ਕੋਈ ਗੱਲ ਨਹੀਂ। ਲਾਜ਼ਮੀ ਹੋਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪੰਜਾਬੀ ਪੜ੍ਹਨ ਲਾ ਦੇਣਾ, ਵੀ ਉਹਨਾਂ ਨੂੰ ਤਾਂ ਆਉਂਦੀ ਨਹੀਂ। ਬਕਾਇਦਾ ਉਹਨਾਂ ਦਾ ਸਿਲੇਬਸ ਇਸ ਤਰ੍ਹਾਂ ਸੈੱਟ ਕੀਤਾ ਗਿਆ ਹੈ ਕਿ ਉਹਨਾਂ ਨੂੰ ਬਕਾਇਦਾ ਊੜਾ ਐੜਾ ਈੜੀ ਸਸਾ ਜੋ ਹੈ, ਜਿਵੇਂ ਅਸੀਂ ਪਹਿਲੀ ਕਲਾਸ ਦੇ ਵਿਦਿਆਰਥੀ ਨੂੰ ਹੱਥ ਫੜ ਕੇ ਜਾਂ ਪੂਰਨੇ ਪਾ ਕੇ ਦਿੰਦੇ ਆ, ਇਸੇ ਤਰ੍ਹਾਂ ਹੀ ਉਹਨਾਂ ਵਾਸਤੇ ਸਿਲੇਬਸ ਜਿਹੜਾ ਉਹ ਫਰੇਮ ਕੀਤਾ ਗਿਆ। ਡਰਾਫਟਿੰਗ ਇਸ ਤਰ੍ਹਾਂ ਕੀਤੀ ਗਈ ਆ ਕਿ ਬੱਚੇ ਜਿਹੜੇ ਆ ਬੜੀ ਆਸਾਨੀ ਦੇ ਨਾਲ ਪੰਜਾਬੀ ਜਿਹੜੀ ਆ ਉਹ ਸਿੱਖ ਸਕਦੇ ਆ। ਪੂਰਾ ਸਮੈਸਟਰ ਅਧਿਆਪਕ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਪਣੇ ਕਾਲਜ ਦੇ ਵਿੱਚ ਬੇਸਿਕ ਪੰਜਾਬੀ ਦਾ ਵਿਸ਼ਾ ਮੈਂ ਪੜ੍ਹਾਉਣਾ, ਔਰ ਮੈਂ ਊੜੇ ਆੜੇ ਤੋਂ ਲੈ ਕੇ ਬੱਚੇ ਨੂੰ ਸਿਖਾਉਣਾ ਆ, ਤਾਂ ਕਿ ਵੀ ਮੈਨੂੰ ਆਪਣੀ ਵੀ ਤਸੱਲੀ ਰਹਿੰਦੀ ਹੈ ਕਿ ਜੇ ਮੈਂ ਪੰਜਾਬੀ ਭਾਸ਼ਾ ਦੀ ਕੋਈ ਗੱਲ ਕਰਦਾ ਜਾਂ ਇਹਦੇ ਪ੍ਰਤੀ ਮੇਰੀ ਕੋਈ ਸ਼ਰਧਾ ਕਹਿ ਲਓ ਜਾਂ ਫਿਰ ਮੇਰੀ ਕੋਈ ਕਮਿਟਮੈਂਟ ਕਹਿ ਲਓ, ਤੇ ਉਹਦੇ ਵਿੱਚ ਮੈਂ ਕੋਈ ਕੰਮ ਕਰਨ ਦੇ ਵਿੱਚ ਕਿੰਨੀ ਕੁ ਸ਼ਿੱਦਤ ਦੇ ਨਾਲ ਭੂਮਿਕਾ ਨਿਭਾ ਰਿਹਾ, ਤੇ ਮੈਨੂੰ ਮਾਣ ਹੁੰਦਾ ਕਿ ਮੈਂ ਗੈਰ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਪੰਜਾਬੀ ਦੇ ਨਾਲ ਜੋੜ ਰਿਹਾ ਹਾਂ ਤੇ ਅਸੀਂ ਸਿਖਾ ਰਹੇ ਹਾਂ। ਬਹੁਤ ਸੋਹਣੀ ਗੱਲ ਹੈ। ਸੋ ਸਰ, ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਹਜੇ ਬਾਕੀ ਸੀ, ਪਰ ਸਮਾਂ ਸਾਡੇ ਕੋਲੋਂ ਹੁਣ ਹੈ ਨਹੀਂ ਆ। ਸੋ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪੈਣਾ ਹੈ। ਬਹੁਤ ਬਹੁਤ ਧੰਨਵਾਦ, ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਹਾਂ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ ਮੌਕਾ ਦਿੱਤਾ। ਔਰ ਮੈਂ ਬਹੁਤ ਮਾਣ ਮਹਿਸੂਸ ਕਰਦਾ ਕਿ ਪੰਜਾਬੀ ਨੈਸ਼ਨਲ ਚੈਨਲ ਤੇ ਮੈਂ ਆਪਣੀ ਮਾਂ ਬੋਲੀ ਪੰਜਾਬੀ ਦੇ ਬਾਰੇ ਕੁਝ ਗੱਲ ਕਰਨ ਦੇ ਸਮਰੱਥ ਹੋਇਆ, ਔਰ ਆਪਣੀ ਗੱਲ ਜਿਹੜੀ ਆ ਉਹ ਤੁਹਾਡੇ ਨਾਲ ਕਰਨ ਦੇ ਸਮਰੱਥ ਹੋਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਸੇ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਵੇਗੀ। ਉਦੋਂ ਤੱਕ ਦੇ ਲਈ ਤੁਸੀਂ ਸਾਡਾ ਪ੍ਰੋਗਰਾਮ ਤਾਂ ਦੇਖਣਾ ਹੀ ਹੈ, ਨਾਲ ਹੀ ਨਾਲ ਸਾਡੇ ਪੰਜਾਬੀ ਨੈਸ਼ਨਲ TV ਦਾ Facebook ਪੇਜ ਤੇ YouTube ਚੈਨਲ ਵੀ ਲਾਈਕ ਕਰ ਦੇਣਾ ਹੈ। ਸੋ ਇਸੇ ਦੇ ਨਾਲ ਹੁਣ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮੰਡ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ TV।